ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਬਿਕਰਮ ਸਿੰਘ ਮਜੀਠੀਆ ਤੇ ਇਸ ਤੋਂ ਪਹਿਲਾਂ ਵੀ ਅਸੀਂ ਬਹਿਸ ਕੀਤੀ ਸੀ। ਅਸੀਂ ਉਡੀਕ ਕਰ ਰਹੇ ਸੀ ਕਿ ਜਿਹੜੇ ਅਦਾਲਤ ਦੇ ਹੁਕਮ ਹੈ ਉਹ ਸਾਡੇ ਕੋਲੇ ਆ ਜਾਣ। ਅਦਾਲਤ ਦੇ ਹੁਕਮਾਂ ਦੀ ਕਾਪੀ ਹੈ ਸਾਡੇ ਕੋਲੇ ਹੈ ਤੇ 3 ਦਿਨ ਲਈ ਗ੍ਰਿਫਤਾਰੀ ਤੇ ਰੋਕ ਲੱਗੀ ਹੈ। ਅਕਾਲੀ ਦਲ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਇਸ ਪੂਰੇ ਮੁੱਦੇ ਤੇ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਚੈਲੰਜ ਕਰ ਦਿੱਤਾ। ਨਾਲ ਉਹਨਾਂ ਨੇ ਕੁਝ ਸਿਆਸਤਦਾਨਾਂ ਦੇ ਨਾਮ ਲੈ ਦਿੱਤੇ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਮਿਸਟਰ ਬੈਂਸ ਦਾ ਜ਼ਿਕਰ ਕੀਤਾ, ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਤੇ ਨਾਲ ਹੀ ਇਹ ਕਹਿ ਦਿੱਤਾ ਜੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਲੈ ਆਉਂਗੇ ਤਾਂ ਮੈਂ ਸਿਆਸਤ ਤੋਂ ਅਸਤੀਫਾ ਦੇ ਦੂੰਗਾ। पूरा बयान की तुहानूं भी सुणावांगे। गृह मंत्री सुखजिंदर सिंह दा दावा वो लगातार हमलावर होए पे है तो उन्होंने सुखबीर सिंह बादल ते भी सियासी हमले किए है, जवाब भी दिता है इस पूरे मुद्दे ते। बहुत सारे सवाल है कि इन्हां सवालों के विचाले वड्डा सवाल असीं पुछांगे कि मजीठिया बनेगा चोण मुद्दा। पहला बयान सुन लीजिए आए की है। मैं इन्ना कहना चाहना, मैं नहीं कह रहा बिक्रम मजीठा मेरे रिश्तेदार है इस करके कह रहे हैं, पर मैं सुखबीर सिंह बादल प्रेसिडेंट श्रोमणी अकाली दल जे बिक्रम सिंह मजीठिया के खिलाफ एक भी सबूत कोई लिया दे ड्रग्स का, सुखबीर सिंह बादल सियासत छड़ दूंगा। ਤੇ ਯਾਰ ਫਿਰ ਕਿਹੜੀ ਸਿੱਖ ਨੁਮਾਇੰਦਾ ਪਾਰਟੀ ਆ ਕਿ ਅਸੀਂ ਸਿੱਖ ਨਹੀਂ। ਤੇ ਮੈਂ ਇਹ ਜ਼ਰੂਰ ਕਹਾਂਗਾ ਕਿ ਸਿੱਖ ਜਾਂ ਦੂਸਰਾ ਜਾਂ ਪੰਜਾਬੀ ਜਾਂ ਹਿੰਦੀ, ਪੰਜਾਬ ਦੇ ਵਿੱਚ ਜਿਹੜਾ ਨਸ਼ਾ, ਮਾਫੀਆ, ਬਦਮਾਸ਼ੀ, ਗੈਂਗਸਟਰ, ਇਹ ਚੀਜ਼ਾਂ ਨੂੰ ਸਾਨੂੰ ਖਤਮ ਕਰਨਾ ਔਰ ਸਖਤੀ ਨਾਲ ਖਤਮ ਕਰਨਾ ਪਏਗਾ। बड़ा सवाल ਅਸੀਂ ਇਸ ਡਿਬੇਟ ਦੇ ਵਿੱਚ ਪੁੱਛਾਂਗੇ ਕਿ ਡਰੱਗਸ ਮਾਮਲੇ 'ਚ ਵਾਰ ਪਲਟਵਾਰ ਵਾਲੀ ਸਿਆਸਤ ਦਾ ਅੰਜਾਮ ਕੀ ਹੈ। ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਉਹਨਾਂ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਸਪੋਕਸਪਰਸਨ ਹੈ, ਵਕੀਲ ਵੀ ਨੇ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਨੈਸ਼ਨਲ ਸਪੋਕਸਪਰਸਨ ਨੇ, ਨਾਲ ਵਕੀਲ ਵੀ ਨੇ। ਇਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ ਤੇ ਇਹ ਉੱਥੋਂ ਬੈਠੇ ਆ ਜਿੱਥੋਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਲੁਧਿਆਣੇ ਤੋਂ। ਤੇ ਜਗਮੋਹਨ ਸਿੰਘ ਪੰਜਾਬ ਲੋਕ ਕਾਂਗਰਸ ਦੇ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ। ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਆ ਜੀ। ਸਭ ਤੋਂ ਪਹਿਲਾ ਸਵਾਲ ਮਿਸਟਰ ਕਲੇਰ ਤੁਹਾਨੂੰ ਕਰਨਾ ਚਾਹੂੰਗਾ। ਮਿਸਟਰ ਕਲੇਰ, ਇਹ ਆਰਡਰ ਹੈ ਜਿਹੜੇ ਆਏ ਆ ਇਹਨਾਂ ਰਾਹਤ ਮਿਲ ਗਈ ਹੈ ਬਿਕਰਮ ਸਿੰਘ ਮਜੀਠੀਆ ਨੂੰ ਜਾਂ 3 ਦਿਨ ਲਈ ਗ੍ਰਿਫਤਾਰੀ ਟਲ ਗਈ? ਅਸੀਂ ਕੀ ਸਮਝੀਏ ਇਹਨਾਂ ਨੂੰ? देखो केपी जी, बड़ी स्पष्ट गल है कि एक झूठा परचा सियासी बदलाखोरी के तहत ਉਹ ਗੱਲਾਂ ਦੇ ਵਿੱਚ ਮੈਂ ਚਾਹੂੰਗਾ ਤਾਂ ਆਪਾਂ ਡਿਬੇਟ ਲੰਬੀ ਕਰ ਲਾਂਗੇ। ਪਰ ਇਹ ਚੀਜ਼ ਉਦੋਂ ਹੀ ਸਾਬਤ ਹੋ ਗਈ ਸੀ ਜਿੱਦਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰਿਫਤਾਰੀ ਦੇ ਉੱਤੇ ਰੋਕ ਲਾ ਦਿੱਤੀ ਸੀ। ਔਰ ਜੋ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ, ਬਿਕਰਮ ਮਜੀਠੀਆ ਸਾਹਿਬ ਨੇ ਇਨ ਬਿਨ ਕੰਪਲਾਈ ਕੀਤਾ, ਸਿੱਟ ਨਾਲ ਕੋਆਪਰੇਟ ਕੀਤਾ, ਜੋ ਪੁੱਛਿਆ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪਰ ਹੁਣ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਇੱਕ ਟੈਕਨੀਕਲ ਇਸ਼ੂ ਖੜਾ ਹੋ ਗਿਆ ਜਿਹੜਾ ਕਿ ਸੁਪਰੀਮ ਕੋਰਟ ਦੀ ਲੇਟੈਸਟ ਜਜਮੈਂਟ ਆਈ ਸੈਕਸ਼ਨ 37 ਦੀ, ਜਿਹੜੀ ਕਹਿੰਦੀ ਹੈ ਕਿ ਕਿਸੇ ਨੂੰ ਵੀ ਸੈਕਸ਼ਨ 37 ਐਨਡੀਪੀਐਸ ਜਿੱਥੇ ਐਪਲੀਕੇਬਲ ਹੈ ਉੱਥੇ ਐਂਟੀਸਪੇਟਰੀ ਬੇਲ ਨਾ ਦਿੱਤੀ ਜਾਵੇ। ਅਗਰ ਕਿਸੇ ਨੂੰ ਦਿੱਤੀ ਵੀ ਗਈ ਹੈ ਤਾਂ ਉਹ ਵੀ ਰੱਦ ਕਰ ਦਿਓ, ਸੁਪਰੀਮ ਕੋਰਟ ਨੇ ਉੱਥੇ ਤੱਕ ਕਹਿਤਾ। ਸੋ ਹੁਣ ਲਾਰਜਰ ਇਸ਼ੂ ਹੈ ਸਾਰੇ ਹਿੰਦੁਸਤਾਨ ਤੇ, ਕਿਉਂਕਿ ਦੇਖੋ ਸੁਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਹੈ, तो ਸਾਰੀਆਂ ਅਦਾਲਤਾਂ ਤੇ ਬਾਈਂਡਿੰਗ ਹੈ। तो ਹੁਣ ਇਹ ਇਸ਼ੂ ਲੈ ਕੇ ਜਾਣਾ ਪੈਣਾ ਆਨਰੇਬਲ ਸੁਪਰੀਮ ਕੋਰਟ, ਉੱਥੇ ਜਾ ਕੇ ਇਹਦੇ ਮੈਰਿਟਸ ਡਿਸਕਸ ਹੋਣਗੇ। ਸੋ ਉਹਦੇ ਕਰਕੇ ਸਾਨੂੰ ਮਾਨਯੋਗ ਹਾਈ ਕੋਰਟ ਨੇ ਸਮਾਂ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਜਾ ਕੇ ਆਪਣੀ ਅਪੀਲ ਫਾਈਲ ਕਰ ਲਈ, SLPO ਅਸੀਂ ਕਰਾਂਗੇ। ਪਰ ਅੱਜ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਕਿਸ ਤਰੀਕੇ ਦੇ ਨਾਲ ਕਾਂਗਰਸ ਦੀ ਸਰਕਾਰ ਨੇ ਸਿਆਸੀ ਬਦਲਾਖੋਰੀ ਦੇ ਤਹਿਤ ਹਾਈ ਕੋਰਟ ਦੇ ਆਰਡਰ ਦੀ ਵੀ ਕੰਟੈਂਪਟ ਕੀਤੀ। ਆਰਡਰ ਹਲੇ ਆਇਆ ਨਹੀਂ, ਉਹਦੇ ਚ ਕੀ ਲਿਖਿਆ ਕੀ ਨਹੀਂ ਲਿਖਿਆ ਪੜਿਆ ਨਹੀਂ, ਉਹ ਤੋਂ ਬਿਨਾਂ ਹੀ ਜਾ ਕੇ ਰੇਡ ਕਰਤੀ। ਤੇ ਹੁਣ ਹਾਈ ਕੋਰਟ ਦੇ ਆਰਡਰ ਦੇ ਵਿੱਚ 3 ਦਿਨ ਦੀ ਸਟੇ ਹੈ। ਤਾਂ ਪਹਿਲਾਂ ਤਾਂ ਪੰਜਾਬ ਸਰਕਾਰ ਇਹ ਦੱਸੇ ਕਿ ਜਿਹੜੇ ਅਫਸਰ ਬਿਨਾਂ ਹਾਈ ਕੋਰਟ ਦਾ ਆਰਡਰ ਪੜ੍ਹੇ, ਬਿਨਾਂ ਹਾਈ ਕੋਰਟ ਦਾ ਆਰਡਰ ਹੱਥ ਦੇ ਵਿੱਚ ਲੈ ਰੇਡ ਕਰਨ ਗਏ, ਉਹਨਾਂ ਦੇ ਖਿਲਾਫ ਕੀ ਐਕਸ਼ਨ ਕੀਤਾ ਜਾਊਗਾ ਤੇ ਕੀ ਪੰਜਾਬ ਪੁਲਿਸ ਉਹਦਾ ਸਪਸ਼ਟੀਕਰਨ ਦਊਗੀ, ਕਿਉਂਕਿ ਸਿੱਧਾ ਕੰਟੈਂਪਟ ਆਫ ਕੋਰਟ ਹੈ। ਠੀਕ। ਅਰਸ਼ਪ੍ਰੀਤ ਖੜਿਆਲ, ਤੁਸੀਂ ਬਿਨਾਂ ਆਰਡਰ ਦਾ ਇੰਤਜ਼ਾਰ ਕੀਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ, ਵੀਡੀਓਗ੍ਰਾਫੀ ਕੀਤੀ ਹੈ ਤੇ ਇਹਦਾ ਸਪਸ਼ਟੀਕਰਨ ਕੀ ਦਓਗੇ? ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ, ਅਕਾਲੀ ਦਲ ਇਲਜ਼ਾਮ ਲਗਾ ਰਿਹਾ ਤੁਹਾਡੇ ਤੇ। ਮਿਸਟਰ ਖੜਿਆਲ, ਨੋਟ ਐਟ ਆਲ। ਕਾਨੂੰਨ ਦੀ ਉਲੰਘਣਾ ਜਿਨ੍ਹਾਂ ਨੇ ਕੀਤੀ ਹੈ ਉਹ ਤਾਂ ਸੁਪਰੀਮ ਕੋਰਟ ਜਾ ਰਹੇ ਹੈ। ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਦੀ ਗਿਰਫਤ ਦੇ ਵਿੱਚ ਰੋਕਿਆ ਉਹ ਅੱਜ ਸੁਪਰੀਮ ਕੋਰਟ ਜਾ ਰਹੇ ਹੈ ਤੇ ਇਟਸ ਅ ਵੈਲਕਮ ਸਟੈਪ। ਜਸਟਿਸ ਹੈਜ਼ ਬੀਨ ਡਨ। ਦੂਜੀ ਗੱਲ ਜਿਹੜੀ ਕਹਿ ਰਹੇ ਹੈ, ਦੇਖੋ ਆਰਡਰ ਜਿਹੜਾ ਉਹ ਚੜਿਆ ਹੈ, ਸੋ ਉਹ ਤੋਂ ਪਹਿਲਾਂ ਰੇਡ ਹੋ ਚੁੱਕੀ ਸੀਗੀ। ਆਰਡਰ ਦੇ ਵਿੱਚ ਕੀ ਹੈ, ਆਰਡਰ ਨੂੰ ਟਾਈਪ ਪਹਿਲਾਂ ਆਪਣਾ ਨਰੇਟ ਕਰਨਾ ਪੈਂਦਾ, ਉਹ ਟਾਈਪ ਹੁੰਦਾ, ਉਹ ਤੋਂ ਪਹਿਲਾਂ ਰੇਡ ਹੋ ਚੁੱਕੀ ਸੀ। ਜਾਂ ਤਾਂ ਹੁੰਦਾ ਕਿ ਰੇਡ ਉਹ ਤੋਂ ਬਾਅਦ ਹੁੰਦੀ
ਫਿਰ ਉਹ ਕੰਟੈਂਪਟ ਹੁੰਦਾ, ਉਹ ਤੋਂ ਪਹਿਲਾਂ ਹੋਈ, therefore it's not contempt, ਇਹਨਾਂ ਦੀ ਸਾਜ਼ਿਸ਼ ਹੈ। ਦੂਜਾ, ਇਹਨਾਂ ਨੇ ਮਜੀਠੀਆ ਸਾਹਿਬ ਦੀ ਬੇਲ ਰਿਜੈਕਟ ਕਿਉਂ ਹੋਈ? ਕਿਉਂਕਿ ਕੋਆਪਰੇਟ ਨਹੀਂ ਕਰ ਰਹੇ ਸੀਗੇ। ਕੋਆਪਰੇਟ ਕਰਨਾ ਤਾਂ ਦੂਰ ਦੀ ਗੱਲ ਆ, ਉਹਨਾਂ ਨੂੰ ਧਮਕਾ ਰਹੇ ਸੀ, ਥ੍ਰੈਟਨ ਕਰ ਰਹੇ ਸੀਗੇ ਵੀ ਆਹ ਕਰ ਦੂੰ, ਉਹ ਕਰ ਦੂੰ। ਤੇ ਕਸਟਡੀ ਜੇ ਮਿਲ ਜੂਗੀ, ਤੁਹਾਨੂੰ ਯਾਦ ਹੈ ਲਾਸਟ ਟਾਈਮ ਮੈਂ ਕਿਹਾ ਸੀ, ਮੈਂ ਕਿਹਾ ਇੰਟਰਿਮ ਰਿਲੀਫ ਹੈ, ਐਬਸੋਲੂਟ ਨਹੀਂ ਹੈ, ਰੱਬ ਦਾ ਸ਼ੁਕਰ ਹੈ ਵੀ ਹੁਣ ਤਾਂ ਕੋਆਪਰੇਟ ਕਰਨਗੇ। ਉਹਨਾਂ ਨੇ ਉਹ ਵੀ ਨਹੀਂ ਕੀਤਾ। ਤੇ ਜੇ ਕਸਟਡੀ ਹੁਣ ਮਿਲੂਗੀ ਤਾਂ ਤੁਸੀਂ ਦੇਖੋਗੇ ਕਿ ਰਿਕਵਰੀ ਦਾ ਪਤਾ ਲੱਗੂਗਾ, ਕੁਝ ਰਿਕਵਰ ਹੋਊਗਾ, ਖੁਲਾਸੇ ਵੱਡੇ ਵੱਡੇ ਹੋਣਗੇ। ਤਾਂ ਮਜੀਠੀਆ ਸਾਹਿਬ ਦੀਆਂ ਭਾਜੜਾਂ ਪਈਆਂ ਵੀ ਹੈ। ਨਾਲੇ ਕਿੱਥੋਂ ਆਪਣਾ ਡਰੱਗਸ ਚੱਕਦੇ ਸੀਗੇ, ਕਿੱਥੇ ਦਿੰਦੇ ਸੀ, ਪੈਸਾ ਕਿਹਦੇ ਕੋਲੇ ਹੈ, ਬਹੁਤ ਚੀਜ਼ਾਂ ਅੱਗੇ ਆਉਣਗੀਆਂ ਜੇ ਕਸਟਡੀ ਦੇ ਵਿੱਚ। ਮਿਸਟਰ ਖੜਿਆਲ ਤੁਸੀਂ ਬਹੁਤ ਗੰਭੀਰ ਇਲਜ਼ਾਮ ਲਗਾ ਰਹੇ ਹੋ। ਕਿੱਥੋਂ ਪੈਸੇ ਆਉਂਦੇ ਸੀ, ਕਿੱਥੋਂ ਚੱਕਦੇ ਸੀ, ਕੀ ਹੈ ਕੰਸਾਈਨਮੈਂਟ, ਤੁਸੀਂ ਬਹੁਤ ਵੱਡੇ ਇਲਜ਼ਾਮ ਲਗਾ ਰਹੇ ਹੋ ਖੜਿਆਲ ਸਾਹਿਬ। ਇਹ ਦੇਖੋ ਇਲਜ਼ਾਮ ਨਹੀਂ ਹੈ ਕਿ ਜਵਾਬ ਦਊਂਗਾ। ਮੈਂ ਆ ਰਿਹਾ ਮਿਸਟਰ ਕਲੀਅਰ ਆ ਰਿਹਾ। ਜਦੋਂ ਕਸਟਡੀ ਲਈ ਜਾਂਦੀ ਹੈ ਨਾ, ਉਦੋਂ ਖੁਲਾਸੇ ਹੁੰਦੇ ਆ, ਰਿਕਵਰੀਜ਼ ਹੁੰਦੀਆਂ, ਰਿਕਵਰੀ ਨਹੀਂ ਰਿਕਵਰੀਜ਼ ਹੁੰਦੀਆਂ। ਪਤਾ ਲੱਗਦਾ ਸੋਰਸਸ ਦਾ, ਪਤਾ ਲੱਗਦਾ ਕੀ ਕੁਝ ਹੋਇਆ, ਕਿੱਥੇ ਕੀਤਾ, ਕਿਵੇਂ ਕੀਤਾ, ਕਿਉਂ ਕੀਤਾ, ਉਹ ਸਾਰਾ ਕੁਝ ਤਾਂ ਆਊਗਾ। ਮੈਂ ਤਾਂ ਮਜੀਠੀਆ ਸਾਹਿਬ ਨੂੰ ਰਿਕੁਐਸਟ ਕਰੂੰਗਾ ਵਾਇਆ ਕਲੀਅਰ ਸਾਹਿਬ ਵੀ ਤੁਸੀਂ ਕਸਟਡੀ ਚਾਹੋ, ਜੁਆਇਨ ਕਰੋ, ਹੈਲਪ ਕਰੋ ਤੁਸੀਂ ਇਨਵੈਸਟੀਗੇਸ਼ਨ ਏਜੰਸੀ ਦੀ। ਹੁਣ ਪੰਜਾਬ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈਲਪ ਕਰਕੇ। ਮਿਸਟਰ ਖੜਿਆਲ ਕੋਰਟ ਦੇ ਆਰਡਰ ਵਿੱਚ ਲਿਖਿਆ ਹੋਇਆ ਹੈ ਨਾ ਇਨਕੁਆਇਰੀ ਸ਼ਾਮਲ ਹੋਣਾ ਪਊਗਾ, ਲਿਖਿਆ ਹੋਇਆ ਹੈ ਨਾ? हाँ बिल्कुल। हाँ चलो ठीक है। हाँ मिस्टर क्लियर बोलो। मैं एक चीज मैं केपी जी मैं आ रहा है, चलो एक मिनट मिस्टर खड़ियाल दा एक ले लिए फिर आ रहे हैं ਤੁਹਾਡੇ ਕੋਲ। हाँ मिस्टर खड़ियाल बोलो जी। मैं ਇਹ ਕਹਿ ਰਿਹਾ ਸੀ ਕਿ ਜਿਹੜੇ 37 ਦੀ ਸੈਕਸ਼ਨ ਦੀ ਗੱਲ ਕਰਦੇ ਸੀ ਨਾ, ਉਹ ਸੈਕਸ਼ਨ 37 ਨੂੰ ਕਲੀਅਰ ਸਾਹਿਬ ਪੜ੍ਹ ਲੈਣ। ਉਹਦੇ ਵਿੱਚ 27A ਦਾ ਜ਼ਿਕਰ ਹੈ। 27A ਇੱਕ ਬਹੁਤ ਸੀਰੀਅਸ ਆਫੈਂਸ ਹੈ ਤੇ ਉਹ ਚੀਜ਼ ਮਜੀਠੀਆ ਸਾਹਿਬ ਨੂੰ ਐਕਸਪਲੇਨ ਕਰਨੀ ਔਖੀ ਹੋ ਜੂ, ਬਿਕੋਜ਼ ਇਹ ਚੀਜ਼ ਕੀਤੀ ਹੈ, ਹੀ ਵਿਲ ਨਾਟ ਬੀ ਏਬਲ ਟੂ ਐਸਕੇਪ ਦ ਕਲੌਜ਼ ਆਫ ਜਸਟਿਸ। ਚਲੋ ਹਾਂ ਮਿਸਟਰ ਕਲੀਅਰ ਬੋਲੋ। ਨਹੀਂ, ਮੈਂ ਨਾ ਜੀ ਪਹਿਲਾਂ ਮੈਂ ਫਿਰ ਖੜਿਆਲ ਸਾਹਿਬ ਨੂੰ ਕਹਿਣਾ, ਗੁੱਸਾ ਨਾ ਕਰ ਜਾਣ ਮੇਰੀ ਗੱਲ ਦਾ, ਸ਼ਾਇਦ ਇਹ ਜਾਂ ਤਾਂ ਇਹਦੀ ਪ੍ਰੋਸੀਡਿੰਗ ਨੂੰ ਨਹੀਂ ਵਾਚ ਕਰ ਰਹੇ। ਵਿਕਰਮ ਮਜੀਠੀਆ ਸਾਹਿਬ ਤੋਂ ਕੋਈ ਰਿਕਵਰੀ ਨਹੀਂ ਹੈਗੀ। ਇਹ ਪੰਜਾਬ ਸਰਕਾਰ ਦਾ ਪੈਕੂਲੀਅਰ ਸਟੈਂਡ ਦੇ ਵਿੱਚ ਚਿਦੰਬਰਮ ਸਾਹਿਬ ਦਾ ਸਟੈਂਡ ਹੈ। ਇਹਨਾਂ ਦੇ ਉੱਤੇ ਸਿਰਫ ਤੇ ਸਿਰਫ ਐਲੀਗੇਸ਼ਨ ਇਹ ਹੈਗਾ ਕਿ ਇਹਨਾਂ ਨੇ ਕਿਸੇ ਬੰਦੇ ਦਾ, ਅੱਗੇ ਉਹ ਵੀ ਹੀਅਰਸੇ ਐਵੀਡੈਂਸ ਹੈ ਕਿ ਜੀ 2 ਬੰਦਿਆਂ ਦੀ ਗੱਲ ਕਰਵਾਈ। ਸੋ ਰਿਕਵਰੀ ਪੰਜਾਬ ਸਰਕਾਰ ਦਾ ਸਟੈਂਡ ਹੈ। ਮਜੀਠੀਆ ਸਾਹਿਬ ਤੋਂ ਕੋਈ ਰਿਕਵਰੀ ਨਹੀਂ ਹੈ। ਪਤਾ ਨਹੀਂ ਕਿੱਥੋਂ ਕਿਹੜੀ ਗੱਲ ਤੋਂ ਬੋਲ ਰਹੇ ਨੇ। ਔਰ ਜਿਹੜੀ ਦੂਸਰੀ ਗੱਲ ਹੈ, ਮੇਰਾ ਵੀਰ ਇੱਕ ਗੱਲ ਤੇ ਫਿਰ ਗਲਤ ਸਟੇਟ ਕਰ ਰਿਹਾ, ਵਕੀਲ ਸਾਹਿਬ ਬੈਠੇ ਹੋ ਦੱਸ ਦੇਣਗੇ। ਇਸ ਕੇਸ 'ਚ ਹਾਈ ਕੋਰਟ ਦੇ 2 ਆਰਡਰ ਨੈਟ ਤੇ ਅਪਲੋਡ ਹੈ। ਇੱਕ ਦੇ ਵਿੱਚ ਮਜੀਠੀਆ ਸਾਹਿਬ ਨੂੰ ਇੰਟਰਿਮ ਪ੍ਰੋਟੈਕਸ਼ਨ ਦਿੱਤੀ ਹੋਈ ਹੈ। ਜਿੰਨਾ ਚਿਰ ਦੂਜਾ ਆਰਡਰ ਹਾਈ ਕੋਰਟ ਦਾ ਨਹੀਂ ਆਇਆ, ਅਪਲੋਡ ਨਹੀਂ ਹੋਇਆ, ਉਹਨਾਂ ਚਿਰ ਇਹਨਾਂ ਨੇ ਕਿੱਦਾਂ ਪ੍ਰਜ਼ਿਊਮ ਕਰ ਲਿਆ ਆਰਡਰ ਦੇ ਵਿੱਚ ਕੀ ਹੈ, ਜਦ ਕਿ ਇਹਨਾਂ ਦੀ ਹਾਜ਼ਰੀ ਦੇ ਵਿੱਚ ਪੀ ਚਿਦੰਬਰਮ ਸਾਹਿਬ ਤੇ ਡੀਏਜੀ ਧੂਰੀਵਾਲਾ ਦੀ ਹਾਜ਼ਰੀ ਦੇ ਵਿੱਚ ਜੱਜ ਸਾਹਿਬ ਨੇ ਕਿਹਾ ਸੀ ਠੀਕ ਹੈ, ਜਿਹੜੀ ਇਹ ਪ੍ਰੇਅਰ ਹੈ ਐਸਐਲਪੀ ਵਾਲੀ ਅਸੀਂ ਕੰਸੀਡਰ ਕਰ ਰਹੇ ਹਾਂ ਤੇ ਆਰਡਰ ਪਾਸ ਕਰਾਂਗੇ। ਸੋ ਹੂ ਗੇਵ them authority to bypass the law ਤੇ ਜਾ ਕੇ ਉੱਥੇ ਇਹਨਾਂ ਨੇ ਰੇਡ ਕੀਤੀ। ਨਹੀਂ ਇੱਕ ਮਿੰਟ ਮਿਸਟਰ ਕਲੀਅਰ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਅਦਾਲਤੀ ਹੁਕਮਾਂ ਤੋਂ ਦੀ ਉਡੀਕ ਕੀਤੇ ਬਿਨਾਂ ਸਭ ਕੁਝ ਕੀਤਾ, ਤੁਸੀਂ ਪਾਓਗੇ ਇਹਨਾਂ ਤੇ ਕੰਟੈਂਪਟ ਆਫ ਕੋਰਟ? ਫॉर श्योर। मैं तो कहना कोर्ट सुओ मोटो एक्शन ले ले, पर ਅਸੀਂ ਆਪਣਾ ਪਹਿਲਾਂ ਐਸਐਲਪੀ ਦਾ ਪ੍ਰੋਸੈਸ ਪੂਰਾ ਕਰਕੇ ਇਹ ਕੰਟੈਂਪਟ ਆਫ ਕੋਰਟ ਹੈ ਤੇ ਹੁਣੇ ਭੱਜ ਨਹੀਂ ਸਕਦੇ ਇਸ ਗੱਲ ਤੋਂ। ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ, ਬਾਕੀ ਮਹਿਮਾਨਾਂ ਕੋਲ ਵੀ ਜਾਣਾ। ਇਸ ਮੁੱਦੇ ਨੂੰ ਸੰਜੀਦਗੀ ਨਾਲ ਸਮਝਣ ਦੀ ਜ਼ਰੂਰਤ ਹੈਗੀ ਹੈ। ਕੋਸ਼ਿਸ਼ ਕਰੂੰਗਾ ਰੋਲਾ ਨਾ ਪਵੇ, ਪਰ ਰੋਲਾ ਪੈ ਜਾਂਦਾ। ਸਿਆਸੀ ਰੋਲਾ ਤਾਂ ਪਿਆ ਹੋਇਆ ਕਿ 2022 ਵਿੱਚ ਮਜੀਠੀਆ ਮੁੱਦਾ ਬਣੇਗਾ ਜਾਂ ਹੋਰ ਮੁੱਦੇ ਆ ਜਿਹੜੇ ਅਸਲ ਵਿੱਚ ਡਰੱਗਸ ਦਾ ਮੁੱਦਾ ਹੈਗਾ ਕਿ ਉਸ ਨੂੰ ਐਡਰੈਸ ਕੀਤਾ ਜਾਵੇਗਾ, ਜਾਂ ਮਜੀਠੀਆ ਦੇ ਬਹਾਨੇ ਡਰੱਗਸ ਦੇ ਮੁੱਦੇ ਨੂੰ ਐਡਰੈਸ ਕਰਦੇ ਹੋਏ ਵੋਟ ਬੈਂਕ ਨੂੰ ਸਾਧਿਆ ਜਾਊਗਾ, ਜਾਂ ਇਸ ਮੁੱਦੇ ਨੂੰ ਅੰਜਾਮ ਤੱਕ ਪਹੁੰਚਾਇਆ ਜਾਏਗਾ। ਬਹੁਤ ਸਾਰੇ ਸਵਾਲ ਆ ਤੁਹਾਡੇ ਅੱਗੇ ਇੱਕ ਇਹੋ ਜਿਹਾ ਮੁੱਦਾ ਰੱਖਿਆ ਜਾਵੇਗਾ ਜਿਨ੍ਹਾਂ ਤੁਹਾਨੂੰ ਸਮਝ ਨਹੀਂ ਆਊਗਾ ਜਾਣਾ ਕਿੱਧਰ ਹੈਗਾ। ਹਾਲਾਂਕਿ ਇਕੱਲਾ ਮਜੀਠੀਆ ਦਾ ਮੁੱਦਾ ਨਹੀਂ, ਹੋਰ ਬੜੇ ਮੁੱਦੇ ਹੈਗੇ ਜਿਨ੍ਹਾਂ ਤੇ ਇਹ ਪੋਲੀਟੀਕਲ ਪਾਰਟੀਆਂ ਆਪਦੀ ਰਣਨੀਤੀ ਤਿਆਰ ਕਰਦੀਆਂ ਪਈਆਂ ਤੇ ਤੁਹਾਨੂੰ ਸਾਵਧਾਨ ਕਰਨਾ ਸਾਡਾ ਫਰਜ਼ ਹੈ। ਲਗਾਤਾਰ ਡਿਬੇਟ ਕਰਦਾ ਰਹੂੰਗਾ ਜਦੋਂ ਤੱਕ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਜਾਂਦੀ। ਤੁਹਾਨੂੰ ਦੱਸੂਗਾ ਕਿ ਕਿਹੜੇ ਮੁੱਦੇ ਤੇ ਤੁਸੀਂ ਵੋਟ ਪਾਉਣ ਜਾਣਾ। ਸਾਡੀ ਕੋਸ਼ਿਸ਼ ਹੈ ਤੁਹਾਨੂੰ ਅਸੀਂ ਚਾਨਣਾ ਪਾ ਸਕੀਏ। ਵਾਪਸ ਆ ਰਹੇ ਕਰ ਰਹੇ ਹਾਂ ਕਿ ਡਰੱਗਸ ਮਾਮਲੇ 'ਚ ਵਾਰ ਪਲਟਵਾਰ ਵਾਲੀ ਸਿਆਸਤ ਦਾ ਅੰਜਾਮ ਕੀ ਹੈ। ਅਹਿਬਾਬ ਸਿੰਘ ਗਰੇਵਾਲ, ਝਟਕਾ ਕਿਹਨੂੰ ਲੱਗਿਆ? ਕੇਪੀ ਜੀ, ਝਟਕਾ ਪੰਜਾਬ ਦੇ ਲੋਕਾਂ ਨੂੰ ਲੱਗ ਰਿਹਾ। ਤੁਸੀਂ ਪੈਟਰਨ ਦੇਖੋ, 8 ਸਾਲ ਪੁਰਾਣਾ ਕੇਸ ਹੋਵੇ, ਪਹਿਲਾਂ ਨਿਰੰਜਨ ਸਿੰਘ ਨੂੰ ਇਹਨਾਂ ਨੇ ਕਦੇ ਵੀ ਹਿਸਾਬ ਨਾਲ ਇਨਕੁਆਇਰੀ ਨਹੀਂ ਕਰਨ ਦਿੱਤੀ, ਪੁੱਛਗਿੱਛ ਨਹੀਂ ਕਰਨ ਦਿੱਤੀ। ਇੱਕ ਦਿਨ ਤੋਂ ਬਾਅਦ ਉਹਦੀ ਪ੍ਰਮੋਸ਼ਨ ਕਰਾਤੀ, ਬਦਲੀ ਕਰਤੀ, ਕੋਰਟਾਂ ਨੂੰ ਇੰਟਰਵੀਨ ਕਰਨਾ ਪਿਆ। ਹੁਣ ਜਿਹੜੀ ਇਹ ਗੱਲ ਕਰ ਰਹੇ ਟੈਕਨੀਕੈਲਿਟੀਜ਼, ਤੇ ਟੈਕਨੀਕੈਲਿਟੀਜ਼ ਇੱਕ ਪਾਸੇ ਰੱਖੋ ਸਰ। 8 ਸਾਲ ਤੋਂ ਕਿਸ ਤਰੀਕੇ ਨਾਲ ਕੇਂਦਰੀ ਏਜੰਸੀਆਂ ਤੇ ਦਬਾਅ ਪਾ ਕੇ ਮਜੀਠੀਆ ਸਾਹਿਬ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਅਲੱਗ।
5 ਸਾਲ ਕਾਂਗਰਸ ਕਿਸ ਤਰ੍ਹਾਂ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਉਹ ਅਲੱਗ। ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਸਿਆਸੀ ਬਿਆਨ ਜਾਣ ਲੱਗੇ, ਉੱਥੋਂ ਪਤਾ ਸੀ ਮਾਣਯੋਗ ਜੱਜ ਸਾਹਿਬ ਵੀ ਇਸੇ ਦੁਨੀਆ 'ਚ ਰਹਿੰਦੇ ਆ, ਉਹਨਾਂ ਨੂੰ ਪਤਾ ਲੱਗ ਰਿਹਾ ਸੀ ਸ਼ਰੇਆਮ ਕਿ ਇਹ ਇੱਕ ਪੋਲਿਟਿਕਸ ਕੀਤੀ ਜਾ ਰਹੀ ਹੈ। ਜੇ ਇਹ ਸੀਰੀਅਸ ਹੁੰਦੇ ਇਹਦੇ ਬਾਰੇ, ਚਲੋ ਈਡੀ ਨੂੰ ਨਹੀਂ ਕਰਨ ਦਿੱਤਾ ਸੀਗਾ, ਨਿਰੰਜਨ ਸਿੰਘ ਨੂੰ ਇਹਨਾਂ ਨੇ ਫਰੀਜ਼ ਕਰ ਲਿਆ, ਉਹਨੂੰ ਪ੍ਰਮੋਟ ਕਰਾਤਾ, ਉਹਦੇ ਉੱਤੇ ਸੀਨੀਅਰ ਲਿਆ ਕੇ ਬਿਠਾਤਾ, ਉਹਦੇ ਜੂਨੀਅਰਸ ਨੇ ਕੋਆਪਰੇਟ ਨਹੀਂ ਕੀਤਾ। ਕਿਤੇ ਭਾਜੀ ਧੂਆਂ ਸੀ, ਅੱਗ ਸੀ ਤਾਂ ਹੀ ਧੂਆਂ ਦਿਸਿਆ। ਹੁਣ ਗੱਲ ਇਹ ਹੈ ਕਿ ਚਲੋ ਜੋ ਆਰਡਰ ਹੈ ਮਾਣਯੋਗ ਹਾਈ ਕੋਰਟ ਦਾ ਬਿਲਕੁਲ ਠੀਕ ਹੈ, ਉਹਨਾਂ ਨੇ ਆਪਣੀ ਸੂਝ-ਬੂਝ ਨਾਲ ਦਿੱਤਾ ਹੋਣਾ, ਪਰ ਗੱਲ ਇਹ ਹੈ ਕਿ ਜੇ ਇਹਨਾਂ ਕੋਲ ਡਰਨ ਨੂੰ ਕੁਝ ਹੈ ਹੀ ਨਹੀਂ ਤੇ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰ ਲੈਣ। ਕਦੋਂ ਤੋਂ ਜਥੇਦਾਰ ਜੇਲ੍ਹਾਂ 'ਚ ਜਾਣੋਂ ਡਰਨ ਲੱਗ ਗਏ ਜੀ, ਪਹਿਲੀ ਗੱਲ। ਅਹਿਬਾਬ ਜੀ ਇੱਕ ਮਿੰਟ, ਅਹਿਬਾਬ ਜੀ ਜਦੋਂ ਵੀ ਜਾਂਚ ਏਜੰਸੀ ਬੁਲਾ ਰਹੀ ਹੈ ਮਿਸਟਰ ਮਜੀਠੀਆ ਨੂੰ, ਉਹ ਜਾ ਨਹੀਂ ਰਹੇ? ਸਰ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਈਡੀ ਦੇ ਨਾਲ ਕੀ ਕੁਝ ਹੋਇਆ, ਨਿਰੰਜਨ ਸਿੰਘ ਨਾਲ ਕੀ ਕੁਝ ਹੋਇਆ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਹੁਣ ਜਿਹੜੀ ਆ ਇੰਟਰਿਮ ਬੇਲ ਕੈਂਸਲ ਹੋਈ ਹੈ, ਉਹ ਤਾਂ ਕੈਂਸਲ ਹੋਈ ਹੈ ਕਿ ਕੋਆਪਰੇਟ ਨਹੀਂ ਕਰ ਰਹੇ ਸੀਗੇ, ਤੇ ਜੇ ਕੋਆਪਰੇਟ ਨਹੀਂ ਕਰ ਰਹੇ ਸੀ, ਪਹਿਲਾਂ ਕਾਂਗਰਸ ਸਰਕਾਰ ਨੇ ਪਰਚਾ ਪਾਇਆ, 22 ਦਿਨ ਦਿੱਤੇ ਉਹਨਾਂ ਨੂੰ ਆਰਾਮ ਨਾਲ ਹਾਈ ਕੋਰਟ ਤੋਂ ਬੇਲ ਲੈਣ ਦੇ, ਬਾਅਦ ਚੋਂ ਮਜੀਠੀਆ ਸਾਹਿਬ ਆਪ ਹੀ ਬਿਆਨ ਦਿੰਦੇ ਅਹਿਬਾਬ ਜੀ ਹੁਣ ਤੁਹਾਡੀ ਪਾਰਟੀ ਨੂੰ ਸਮਝ ਨਹੀਂ ਆ ਰਿਹਾ ਸਟੈਂਡ ਲੈਣਾ ਕੀ ਹੈ। ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਪੰਜਾਬ ਸਰਕਾਰ ਨੇ ਕੇਸ ਕਮਜ਼ੋਰ ਕੀਤਾ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਕੋਆਪਰੇਟ ਨਹੀਂ ਕਰ ਰਹੇ ਮਿਸਟਰ ਮਜੀਠੀਆ। ਹੁਣ ਤੁਹਾਨੂੰ ਸਮਝ ਨਹੀਂ ਆ ਰਿਹਾ ਵੀ ਜਾਣਾ ਕਿੱਧਰ ਪਾਸੇ ਹੈ, ਤੁਸੀਂ ਵਿੱਚ ਵਿਚਾਲੇ ਖੜੇ ਹੋਏ ਅਹਿਬਾਬ ਗਰੇਵਾਲ। ਕੇਪੀ ਜੀ, ਟੂ ਸਾਈਡਸ ਆਫ ਦਾ ਸੇਮ ਕੋਇਨ ਨੇ। ਨਾਲੇ ਤਾਂ ਪੰਜਾਬ ਸਰਕਾਰ ਨੇ ਕੇਸ ਕਮਜ਼ੋਰ ਕੀਤਾ, ਨਾਲੇ ਮਜੀਠੀਆ ਜੀ ਨੂੰ 22 ਦਿਨ ਦਿੱਤੇ ਆਪਣੀ ਬੇਲ ਲੈਣ ਦੇ, ਨਾਲੇ ਮਜੀਠੀਆ ਜੀ ਕੋਆਪਰੇਟ ਨਹੀਂ ਕਰ ਰਹੇ। ਜੇ ਤੁਹਾਡੇ ਕੋਲ ਕੋਈ ਲੁਕਾਉਣ ਨੂੰ ਨਹੀਂ ਹੈਗਾ, ਤੁਸੀਂ ਬਹਿ ਜਾਓ, ਅੱਜ ਨਹੀਂ ਨਿਕਲੋਗੇ, ਹਫ਼ਤੇ ਬਾਅਦ ਨਿਕਲਿਆਂਗੇ, 10 ਦਿਨਾਂ ਬਾਅਦ ਨਿਕਲਿਆਂਗੇ, ਸੱਚਾ ਬੰਦਾ ਕਾਹਤੋਂ ਡਰਨ ਲੱਗ ਗਿਆ ਜੀ? ਠੀਕ ਹੈ। ਐਡਵੋਕੇਟ ਜਗਮੋਹਨ ਸਿੰਘ ਜੀ, ਪਹਿਲਾਂ ਮੈਂ ਤੁਹਾਡਾ ਟੇਕ ਜਾਣਾ ਚਾਹੁੰਦਾ, ਇੱਕ ਵਕੀਲ ਕੀ ਸੋਚਦਾ, ਉਸ ਤੋਂ ਬਾਅਦ ਮੈਂ ਸਿਆਸੀ ਬੁਲਾਰੇ ਵਜੋਂ ਤੁਹਾਨੂੰ ਸਵਾਲ ਕਰੂੰਗਾ। ਜਗਮੋਹਨ ਜੀ। ਕੇਪੀ ਸਿੰਘ ਜੀ, ਸਬੰਧ ਵਿੱਚ ਮੈਂ ਸਭ ਤੋਂ ਪਹਿਲਾਂ 37 ਸੈਕਸ਼ਨ ਬਾਰੇ ਕਹਿਣਾ ਚਾਹੁੰਦਾ ਕਿ ਐਨਡੀਪੀਐਸ ਦੀ ਜਿਹੜੀ ਸੈਕਸ਼ਨ 37 ਆ, ਉਹ ਇੰਬਾਰਗੋ ਆ, ਉਹ ਕਿਸੇ ਵੀ ਬੰਦੇ ਨੂੰ ਕ੍ਰਾਸ ਕਰਨਾ ਜਿਹੜਾ ਹੈ ਉਹਦੇ ਲਈ ਬਹੁਤ ਮੁਸ਼ਕਲ ਆ, ਖਾਸ ਤੌਰ ਦੇ ਉੱਤੇ ਜਦੋਂ ਸੈਕਸ਼ਨ 25, ਸੈਕਸ਼ਨ 27 ਤੇ ਸੈਕਸ਼ਨ 29 ਲੱਗਿਆ ਹੋਣ। ਇਹਦੇ ਵਿੱਚ ਰਿਵਰਸ ਬਰਡਨ ਆਫ ਪ੍ਰੂਫ ਹੁੰਦਾ, ਜਿਹੜਾ ਬੰਦੇ ਦੇ ਉੱਤੇ ਐਲੀਗੇਸ਼ਨ ਹੈਗਾ ਉਸ ਨੂੰ ਪ੍ਰੂਵ ਕਰਨਾ ਪੈਂਦਾ ਕਿ ਆਈ ਐਮ ਇਨੋਸੈਂਟ, ਆਈ ਐਮ ਨਾਟ ਗਿਲਟੀ। ਤੋਂ ਇਸ ਦੇ ਵਿੱਚ ਜਿਹੜੀ ਸਾਰੀ ਬਰਡਨ ਆਫ ਪ੍ਰੂਫ ਆ, 1900 ਪ੍ਰੂਫ ਆ, ਉਹ ਜਿਸ ਬੰਦੇ ਤੇ ਐਲੀਗੇਸ਼ਨ ਆ ਉਸ ਦੇ ਉੱਤੇ ਆ ਜਾਂਦਾ। ਯੂਜੂਅਲੀ ਪ੍ਰਾਈਮਾ ਫੇਸੀ ਜਿਹੜਾ ਹੈਗਾ, ਇਹਦੇ ਵਿੱਚ ਐਂਟੀਸਿਪੇਟਰੀ ਬੇਲ ਮਿਲਣ ਦੇ ਚਾਂਸਸ ਮਿਨੀਮਮ ਹੋ ਜਾਂਦੇ ਆ ਜੇਕਰ ਰਿਕਵਰੀ ਜੇਕਰ ਜਿਹੜਾ ਆਫੈਂਸ ਹੈਗਾ ਉਹ ਕਮਰਸ਼ੀਅਲ ਦੇ ਨਾਲ ਕਨੈਕਟਡ ਹੋਵੇ। ਫਿਰ ਤਾਂ ਕਿਸੇ ਵੀ ਆਰਡੀਨਰੀ ਬੰਦੇ ਨੂੰ ਵੀ ਜਲਦੀ ਬੇਲ ਜਿਹੜੀਆਂ ਹੈਗੀਆਂ, ਖਾਸ ਤੌਰ ਤੇ ਟ੍ਰਾਇਲ ਕੋਰਟ ਤਾਂ ਬਿਲਕੁਲ ਹੀ ਨਹੀਂ ਦਿੰਦੀਆਂ, ਪਰੰਤੂ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ 3 ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਇੱਕ ਤਾਂ ਇਹ ਦੇਖਿਆ ਜਾਂਦਾ ਸੈਕਸ਼ਨ ਕਿਹੜੀਆਂ ਲੱਗੀਆਂ ਨੇ, ਇੱਕ ਇਹ ਦੇਖਿਆ ਜਾਂਦਾ ਕਿ ਸੈਂਟੈਂਸ ਜਿਹੜੀ ਹੈ ਉਹ ਅਪ ਟੂ ਕਿਸ ਲੈਵਲ ਤੱਕ ਉਸ ਦੇ ਵਿੱਚ ਸੈਕਸ਼ਨ ਜਿਹਦੇ ਵਿੱਚ ਸੈਂਟੈਂਸ ਇਨਵੋਲਵਡ ਆ, ਤੇ ਤੀਸਰਾ ਦੇਖਿਆ ਜਾਂਦਾ ਕਿ ਕੰਸਰਨਡ ਬੰਦਾ ਜਿਹੜਾ ਹੈਗਾ ਉਹਦਾ ਸਟੇਟਸ ਕੀ ਆ। ਸੋ ਤਿੰਨੇ ਚੀਜ਼ਾਂ ਨੂੰ ਦੇਖ ਕੇ ਇਸ ਕੇਸ ਦੇ ਵਿੱਚ ਕੀ ਹੁੰਦਾ, ਜਿੱਥੇ ਸੈਕਸ਼ਨ 25 ਤੇ 27 A ਤੇ 29 ਹੋਵੇ, ਇਹਦੇ ਵਿੱਚ ਸੈਂਟੈਂਸਸ ਕਾਫੀ ਹੈਵੀ ਨੇ, ਇਸ ਕਰਕੇ ਜਿਹੜਾ ਹੈਗਾ ਇਹਦੀ ਸੈਂਸਿਟੀਵਿਟੀ ਜਿਹੜੀ ਹੈਗੀ ਆ ਮੈਟਰ ਦੀ ਵੱਧ ਜਾਂਦੀ ਆ। ਜਗਮੋਹਨ ਜੀ ਤੁਸੀਂ ਐਕਸਪਲੇਨ ਕੀਤਾ, ਮੈਂ ਇੱਕ ਚੀਜ਼ ਨਾਲ ਸਮਝਣਾ ਚਾਹੁੰਦਾ, ਇਹ ਪੰਜਾਬ ਸਰਕਾਰ ਨੇ ਜਿਹੜਾ ਕੇਸ ਪਾਇਆ, ਇੱਕ ਵੱਖਰੀ FIR ਦਰਜ ਕੀਤੀ ਹੈ, ਉਹ ਕੇਸ ਤੁਹਾਨੂੰ ਪਹਿਲੀ ਨਜ਼ਰ 'ਚ ਕਮਜ਼ੋਰ ਲੱਗਦਾ? ਕਿਉਂਕਿ ਤੁਸੀਂ ਕਹਿ ਰਹੇ ਹੋ ਜਿਹੜੇ ਇਹ ਧਾਰਾਵਾਂ ਲਗਾਈਆਂ ਸੈਕਸ਼ਨ 25, 27 A, 29 NDPS ਐਕਟ ਦੀਆਂ, ਉਹ ਤੁਸੀਂ ਕਹਿ ਰਹੇ ਹੋ ਸਖਤ ਧਾਰਾਵਾਂ। ਇਹ ਸਖਤ ਹੈਗੀਆਂ ਨੇ ਜੀ। STF ਨੇ ਜਿਹੜਾ ਆਪਣੀ ਰਿਪੋਰਟ ਪੇਸ਼ ਕੀਤੀ ਸੀ, ਉਹਦੇ ਬੇਸਿਸ ਦੇ ਉੱਤੇ FIR ਹੋਈ ਆ। ਜਿਹੜੀ STF ਦੀ ਜਿਹੜੀ ਰਿਪੋਰਟ ਸੀ, ਉਹ ਅੱਗੋਂ ED ਦੀ ਰਿਪੋਰਟ ਦੇ ਉੱਤੇ ਫਰਦਰ ਉਹਦੇ ਰੈਫਰੈਂਸਿਸ ਦੇ ਵਿੱਚੋਂ ਲਈ ਗਈ ਆ। STF ਨੇ ਡਾਇਰੈਕਟ ਕੋਈ ਕਲੈਕਸ਼ਨ ਆਫ ਐਵੀਡੈਂਸ ਕੀਤਾ ਜਾਂ ਨਹੀਂ ਕੀਤਾ, ਉਹਦੇ ਵਿੱਚ ਚਾਂਸਸ ਜਿਹੜੇ ਆ ਉਹਦੇ ਹੈ ਨਹੀਂ, ਉਹਦੇ ਵਿੱਚ ਡਾਇਰੈਕਟ ਐਵੀਡੈਂਸ ਕੋਈ ਹੈ ਨਹੀਂ, ਉਹਨਾਂ ਨੇ STF ਨੂੰ ਬਣਾਇਆ। ਲੇਕਿਨ ED ਜਿਹੜੀ ਹੈ, ED ਨੇ ਤਾਂ ਅਜੇ ਤੱਕ ਕੋਈ ਕਾਰਵਾਈ ਜਿਹੜੀ ਹੈ ਬਿਕਰਮਜੀਤ ਸਿੰਘ ਮਜੀਠੀਆ ਦੇ ਅਗੇਂਸਟ ਕੀਤੀ ਨਹੀਂ ਹੈ, ਜਿੱਥੋਂ ਤੱਕ ਮੇਰੇ ਨੌਲੇਜ ਆ। ਜੇ ED ਨੇ ਅਜੇ ਤੱਕ ਆਪਣੇ ਐਕਟ ਦੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਹੈ, ਤਾਂ NDPS ਐਕਟ ਦੇ ਥੱਲੇ ਕਾਰਵਾਈ ਆਰੰਭ ਹੋ ਗਈ ਹੈ। ਤਾਂ ਇਹ ਇੱਕ ਗੈਪ ਆ ਜਿਸ ਨੂੰ ਜਿਹੜਾ ਹੈਗਾ ਉਹ ਉੱਚ ਅਦਾਲਤ ਦੇਖੇਗੀ ਕਿ ਜੇ ED ਜਿਹੜੀ ਹੈ ਉਹਦੇ ਕੋਲੇ ਕੋਈ ਅਫੈਂਸ ਅਜੇ ਨਹੀਂ ਬਣਿਆ ਤਾਂ NDPS ਦੇ ਉੱਤੇ ਕਿਵੇਂ ਬਣ ਗਿਆ। ਠੀਕ ਹੈ ਜਗਮੋਹਨ ਜੀ, ਤੁਸੀਂ ਇਸ ਨੂੰ ਸਿਆਸੀ ਬਦਲਾਖੋਰੀ ਵਾਲਾ ਕੇਸ ਮੰਨਦੇ ਹੋ? ਨਹੀਂ, ਮੈਂ ਇਹ ਕਹਿ ਰਿਹਾ ਵੀ ਜਦੋਂ ਕੋਈ ਪ੍ਰੋਸੀਕਿਊਸ਼ਨ ਏਜੰਸੀਜ਼ ਜਾਂ ਇਨਵੈਸਟੀਗੇਸ਼ਨ ਏਜੰਸੀਜ਼ ਕੋਈ ਇਸ ਤਰ੍ਹਾਂ ਦਾ ਕੇਸ ਰਜਿਸਟਰ ਕਰਦੀਆਂ ਨੇ, ਤਾਂ ਫੇਅਰਨੈਸ ਕੇਵਲ ਹੋਣੀ ਨਹੀਂ ਚਾਹੀਦੀ, ਦਿਸਣੀ ਵੀ ਚਾਹੀਦੀ ਆ। ਇਸ ਕੇਸ ਦੇ ਵਿੱਚ ਕੁਝ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਫੇਅਰਨੈਸ ਜੇ ਹੈ ਵੀ ਹੈ ਤਾਂ ਫੇਅਰਨੈਸ ਦਿਸਦੀ ਨਹੀਂ ਹੈ, ਤਾਂ ਇਹ ਦਿਸਣੀ ਵੀ ਚਾਹੀਦੀ। ਸੋ ਪ੍ਰੋਸੀਕਿਊਸ਼ਨ ਏਜੰਸੀਜ਼ ਐਜ਼ ਵੈਲ ਐਜ਼ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਉਹਨਾਂ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਹਦੀ ਫੇਅਰਨੈਸ ਅਪੀਅਰੈਂਸ ਦੇ ਵਿੱਚ ਵੀ ਨਜ਼ਰ ਆਣੀ ਚਾਹੀਦੀ ਹੈ। ਤੁਹਾਨੂੰ ਆਈ ਵਾਸ਼ ਲੱਗਦਾ ਪਿਆ ਹੈ ਜਗਮੋਹਨ ਜੀ? ਆਈ ਵਾਸ਼ ਲੱਗਦਾ ਪਿਆ ਹੈ ਸਰਕਾਰ ਨੇ ਜਿਹੜਾ ਸਟੈਪ ਚੁੱਕਿਆ, ਆਈ ਵਾਸ਼ ਹੈ ਇਹ? ਇਟ ਇਜ਼ ਟੂ अर्ਲੀ ਟੂ ਸੇ ਸਮਥਿੰਗ।
ਅਜੇ ਜਿਹੜਾ ਹੈ ਕੇਸ ਨੇ ਥੋੜਾ ਅੱਗੇ ਜਾਣਾ, ਇਹਨੇ ਥੋੜਾ ਹੋਰ ਅੱਗੇ ਡਿਵੈਲਪ ਹੋਣਾ, ਉਸ ਤੋਂ ਬਾਅਦ ਪਤਾ ਲੱਗੇਗਾ। ਕਿਉਂਕਿ ਇਹਦੇ ਵਿੱਚ ਦੋ ਚੀਜ਼ਾਂ ਸਾਹਮਣੇ ਆਈਆਂ ਨੇ। ਮੈਂ ਇੰਪਾਰਸ਼ੀਅਲ ਹੋ ਕੇ ਵਿਦਆਊਟ ਐਨੀ ਪੋਲੀਟੀਕਲ ਪਰਸਪੈਕਟਿਵ ਇਹ ਗੱਲ ਕਹਿ ਰਿਹਾ ਕਿ ਜਦੋਂ ਮਿਨਿਸਟਰੀਅਲ ਜਿਹੜੇ ਲੋਕ ਨੇ, ਜਿਵੇਂ ਫਰਜ਼ ਕਰ ਲਓ ਹੋਮ ਮਿਨਿਸਟਰ ਸਾਹਿਬ ਸੀ ਜਾਂ ਸਟੇਟ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਕਹਿ ਹੀ ਦਿੱਤਾ ਕਿ ਬੰਦੇ ਨੂੰ ਅਸੀਂ ਅੰਦਰ ਕਰਨਾ, ਤਾਂ ਫਿਰ ਜਿਹੜੀ ਫੇਅਰਨੈਸ ਹੈਗੀ ਆ ਨਾ, ਉਹ ਥੋੜੀ ਜਿਹੀ ਦੱਬ ਜਾਂਦੀ ਹੈ, ਡਿਮ ਹੋ ਜਾਂਦੀ ਹੈ, ਤੇ ਇਹਦੇ ਬੜੇ ਹੋਰ ਤਰ੍ਹਾਂ ਦੇ ਜਿਹੜੇ ਠੀਕ ਹੈ ਸਰ। ਮੈਂ ਪੋਲੀਟੀਕਲ ਸਵਾਲ ਹੁਣ ਤੁਹਾਡੇ ਤੋਂ ਬਾਅਦ ਚ ਲਵਾਂਗਾ ਸਰ। ਇੱਕ ਵਕੀਲ ਦੇ ਤੌਰ ਤੇ ਮੈਂ ਤੁਹਾਨੂੰ ਸਵਾਲ ਕਰ ਲੇ। ਮਿਸਟਰ ਖੜਿਆਲ, ਫੇਅਰਨੈਸ ਘੱਟ ਲੱਗਦੀ ਪਈ, ਇੱਕ ਵਕੀਲ ਕਹਿ ਰਿਹਾ, ਉਹ ਸਿਆਸੀ ਬੁਲਾਰੇ ਵਜੋਂ ਬਾਅਦ ਚ ਬੋਲਣਗੇ, ਮੈਂ ਉਹਨਾਂ ਤੋਂ ਸਵਾਲ ਲੈਣਾ ਹਜੇ। ਮਿਸਟਰ ਖੜਿਆਲ, ਤੁਹਾਡੇ ਲੋਕ ਹੈ, ਤੁਹਾਡੇ ਲੀਡਰ ਹੈ, ਬਿਆਨ ਦੇ ਰਹੇ ਹੈ, ਛੱਡਾਂਗੇ ਨਹੀਂ, ਆਹ ਕਰਾਂਗੇ, ਉਹ ਕਰਾਂਗੇ, ਕਾਨੂੰਨ ਦਾ ਕੰਮ ਕਰਨ ਦਿਓ ਨਾ। ਤੁਸੀਂ ਸਿਆਸੀ ਪ੍ਰੈਸ਼ਰ ਕਿਉਂ ਬਿਲਟਅਪ ਕਰ ਰਹੇ ਹੋ? ਦੇਖੋ, ਮੈਂ ਤੁਹਾਨੂੰ ਕਲੇਰ ਸਾਹਿਬ ਦੇ ਬਿਆਨ ਵੱਲ ਹੀ ਥੋੜਾ ਧਿਆਨ ਦਿਵਾ ਦਿੰਦਾ ਹੈ। ਇਹਨਾਂ ਨੇ ਬੜੀ ਵਾਰੀ ਡਿਬੇਟਸ ਕਿਹਾ ਕਿ ਡੀਜੀਪੀ ਚੇਂਜ ਹੋ ਗਏ, ਸਰਕਾਰ ਨੇ ਐਂ ਕਰਤਾ ਉਵੇਂ ਕਰਤਾ, ਤੇ ਦੇਖਿਆ ਬੇਲ ਮਿਲ ਗਈ, ਤੇ ਅੱਜ ਜਦੋਂ ਰਿਜੈਕਟ ਹੋ ਗਈ, ਅੱਜ ਹਾਈ ਕੋਰਟ ਤੇ ਤਾਂ ਭਰੋਸਾ ਹੈਗਾ ਨਾ, ਉਹ ਤਾਂ ਇੱਕ ਇੰਡੀਪੈਂਡੈਂਟ ਬੋਡੀ ਹੈ, ਤੇ ਉਹਦੇ ਵੱਲ ਤਾਂ ਤੁਸੀਂ ਇਲਜ਼ਾਮ ਨਹੀਂ ਲਾਓਗੇ, ਉਂਗਲਾਂ ਨਹੀਂ ਚੱਕੋਗੇ। ਸੋ ਦੇਅਰਫੋਰ ਇਟ ਗੋਜ਼ ਔਨ ਟੂ ਸੁਜੈਸਟ ਕਿ ਇਹਦੇ ਵਿੱਚ ਮੈਰਿਟ ਹੈ, ਇਹਦੇ ਵਿੱਚ ਫੈਕਟਸ ਹੈ, ਇਹਦੇ ਵਿੱਚ ਐਵੀਡੈਂਸ ਹੈ, ਤੇ ਇਹਦੇ ਵਿੱਚ ਵਿਟਨੈਸ ਵੀ ਕ੍ਰੈਡੀਬਲ ਨੇ। ਦੂਜੀ ਗੱਲ, ਹਾਈ ਕੋਰਟ ਨੇ ਆਰਡਰ ਦੇ ਵਿੱਚ ਕਲੀਅਰਲੀ ਲਿਖਿਆ ਹੈ ਕਿ ਕੀਪਿੰਗ ਇਨ ਵਿਊ ਆਫ ਫੈਕਟਸ ਐਂਡ ਸਰਕਮਸਟੈਂਸਸ, I do not find any ground to afford the concession of bail। ਇਥੋਂ ਪਤਾ ਲੱਗਦਾ ਵੀ 1% ਦਾ ਵੀ ਇਹਨਾਂ ਕੋਲ ਗਰਾਊਂਡ ਨਹੀਂ ਵੀ ਬੇਲ ਮਿਲ ਜਾਂਦੀ। ਹੁਣ ਮੈਂ ਆਮ ਆਦਮੀ ਪਾਰਟੀ ਤੇ ਆ ਰਿਹਾ, ਇਹਨਾਂ ਦਾ ਜਨਾਬ ਹਜੇ ਵੀ ਅਕਾਲੀ ਦਲ ਦੇ ਹੱਕ ਦੇ ਵਿੱਚ ਬਿਆਨ ਦੇ ਰਹੇ। ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਇਹ ਭੁੱਲ ਗਏ ਨੇ ਇਹਨਾਂ ਦੇ ਬਿਆਨ, ਕੇਜਰੀਵਾਲ ਸਾਹਿਬ ਦੇ ਵੀ, ਮਜੀਠੀਆ ਆਪਣਾ ਤਸਕਰ ਹੈ, ਹੈ, ਤੇ ਮਾਫੀ ਮੰਗੀ, ਮਾਫੀਨਾਮਾ ਕੋਰਟ ਦੇ ਵਿੱਚ ਦਿੱਤਾ, ਤੇ ਜਦੋਂ FIR ਹੋਈ they made a 360 ਡਿਗਰੀ ਦਾ ਯੂ ਟਰਨ। ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹਨਾਂ ਦਾ ਸਟੈਂਡ ਹੀ ਕੋਈ ਨਹੀਂ, ਕੀ ਚੱਕਰ। ਅੱਛਾ, ਫੇਰ ਕਹਿ ਰਿਹਾ ਵੀ ਤੁਸੀਂ 22 ਦਿਨ ਕਿਉਂ ਨਹੀਂ ਕੁਝ ਕੀਤਾ। ਭਾਈ ਸਾਹਿਬ ਭੁੱਲ ਗਏ ਹੋ ਵੀ ਇੱਕ ਤਾਂ ਇੰਟਰਿਮ ਰਿਲੀਫ ਤੇ ਸੀ ਮਿਸਟਰ ਮਜੀਠੀਆ, ਤੇ ਦੂਜਾ ਪੁਲਿਸ ਆਫਟਰ ਮਾਡਲ ਕੋਡ ਆਫ ਕੰਡਕਟ ਸਰਕਾਰ ਦੇ ਥੱਲੇ ਨਹੀਂ, ਇਲੈਕਸ਼ਨ ਕਮਿਸ਼ਨ ਦੇ ਅੰਡਰ ਆ ਜਾਂਦੀ ਹੈ। ਮੈਂ ਕਲੀਅਰ ਸਾਹਿਬ ਨੂੰ ਵੀ ਜਵਾਬ ਦੇ ਦਿੰਦਾ, ਇਹ ਕਹਿ ਰਿਹਾ ਵੀ ਪੁਲਿਸ ਕਿਉਂ ਰੇਡ ਕਰ ਰਹੀ ਹੈ। ਮੈਂ ਪਹਿਲਾਂ ਤੁਹਾਨੂੰ ਇੱਕ ਤਾਂ ਦੱਸਦਾ ਕਿ ਆਪਣਾ ਆਰਡਰ ਬਾਅਦ ਚ ਆਇਆ, ਰੇਡ ਪਹਿਲਾਂ ਹੋਈ, ਲੇਕਿਨ ਦੂਜਾ ਪੁਲਿਸ ਇਲੈਕਸ਼ਨ ਕਮਿਸ਼ਨ ਦੇ ਅੰਡਰ ਆ, ਸਰਕਾਰ ਦੇ ਅੰਡਰ ਨਹੀਂ। ਤਾਂ ਇੱਥੇ ਵੀ ਜਿਹੜੀ ਤੁਹਾਡੀ ਨਹੀਂ, ਫਿਰ ਇੱਕ ਮਿੰਟ ਅਰਸ਼ਪ੍ਰੀਤ ਖੜਿਆਲ, ਫਿਰ ਗ੍ਰਹਿ ਮੰਤਰੀ ਕਿਉਂ ਬਿਆਨ ਦੇ ਰਿਹਾ? ਜੇ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ, ਉਹਨਾਂ ਨੂੰ ਕੰਮ ਕਰਨ ਦਿਓ ਨਾ, ਫਿਰ ਚੋਣ ਕਮਿਸ਼ਨ ਨੂੰ ਕੰਮ ਕਰਨ ਦਿਓ ਤੁਸੀਂ। ਦੇਖੋ, ਹੁਣ ਮੇਰਾ ਕਾਈਂਡਲੀ ਜਵਾਬ ਲਓ। ਹੋਮ ਮਿਨਿਸਟਰ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਤੁਹਾਨੂੰ ਪੁਲਿਸ ਦੀ ਪਾਵਰ ਦੀ ਗੱਲ ਕਰ ਰਿਹਾ ਕਿ ਕਿਹਦੇ ਅੰਡਰ ਹੈ। ਹੋਮ ਮਿਨਿਸਟਰ ਤਾਂ ਹੈਗੇ ਅੱਜ ਸਟੇਟ ਦੇ, ਵਾਈ ਵੁੱਡ ਹੀ ਨਾਟ ਗਿਵ ਅ ਸਟੇਟਮੈਂਟ। ਕਾਂਗਰਸ ਪਾਰਟੀ ਦੇ ਨੇ, ਪੰਜਾਬ ਦੇ ਹੋਮ ਮਿਨਿਸਟਰ ਨੇ, ਤੇ ਜਿਹੜੇ ਉਹਨਾਂ ਨੇ ਦੇਖੀ ਹੈ, ਹੀ ਇਸ ਕਮੈਂਟਿੰਗ ਔਨ ਦੈਟ, ਹੀ ਹੈਸ ਨਹੀਂ, ਮੈਂ ਖੜਿਆਲ ਸਾਹਿਬ ਮੈਂ ਜਾਨਣਾ ਚਾਹੁੰਦਾ, ਅਕਾਲੀ ਦਲ ਨੇ ਸਵਾਲ ਚੁੱਕਿਆ ਕੰਟੈਂਪੋ ਕੋਰਟ ਦਾ, ਤੁਸੀਂ ਜਵਾਬ ਦਿੱਤਾ। ਜੇ ਗ੍ਰਹਿ ਮੰਤਰੀ ਇਹ ਬਿਆਨ ਦਿੰਦੀ ਹੈ, ਕੰਟੈਂਪੋ ਕੋਰਟ ਨਹੀਂਗਾ? ਕਿਵੇਂ ਕੰਟੈਂਪਟ ਆਫ ਕੋਰਟ ਨਹੀਂ ਹੈਗਾ? ਮੈਂ ਤਾਂ ਪੁੱਛ ਰਿਹਾ ਸਰ, ਮੈਨੂੰ ਤਾਂ ਪਤਾ ਨਹੀਂ ਨਾ, ਮੈਂ ਤੁਸੀਂ ਲੋਕ ਵਕੀਲ ਹੋ, ਤੁਹਾਡੇ ਤੋਂ ਸਮਝਦਾ ਮੈਂ। ਕੰਟੈਂਪਟ ਕਿਵੇਂ ਹੈ? ਅੱਛਾ, ਕੋਈ ਕੰਟੈਂਪਟ ਨਹੀਂਗਾ, ਸਬ ਜੁਡੀਸ਼ੀਅਲ ਮੈਟਰ ਹੈ, ਜੋ ਮਰਜ਼ੀ ਕਮੈਂਟ ਕਰੋ, ਕੋਈ ਦਿੱਕਤ ਨਹੀਂ। ਦੇਖੋ ਕਮੈਂਟ, ਪਹਿਲਾਂ ਤਾਂ ਕਮੈਂਟ ਨੂੰ ਦੇਖੋ, ਉਸ ਤੋਂ ਬਾਅਦ ਤੁਸੀਂ ਦੇਖੋ ਆਰਡਰ ਕੀ ਚੀਜ਼ ਹੈ। ਇਹ ਰੈਲੇਵੈਂਸ ਹੀ ਨਹੀਂ, ਅਨਨੈਸੈਸਰੀਲੀ ਅਕਾਲੀ ਦਲ ਪ੍ਰੋਪਗੈਂਡਾ ਕਰ ਰਿਹਾ, ਬਿਕਾਜ਼ ਕੱਢਣ ਪਾਉਣ ਨੂੰ ਕੁਝ ਤੇ ਮਜੀਠੀਆ ਸਾਹਿਬ ਅਬਸਕਾਉਂਡ ਕਰਨਗੇ, ਹੁਣ ਜਲਦੀ ਵੇਖ ਦੇਖ ਲਓ। ਚਲੋ ਕਲੀਅਰ ਸਾਹਿਬ, ਤੁਸੀਂ ਇਸ ਨੂੰ ਮੁੱਦਾ ਬਣਾ ਕੇ ਇਸ ਤਰੀਕੇ ਨਾਲ ਪੇਸ਼ ਕੀਤੇ ਜਾ ਰਹੇ ਹੋ ਕਿ ਤੁਹਾਡਾ ਵਰਕਰ ਆ ਜਿਹੜਾ, ਉਹਨੂੰ ਥੋੜਾ ਜਿਹਾ ਮੋਰਾਲ ਉਹਦਾ ਅਪ ਹੋਵੇ, ਭਾਈ ਸਾਡੇ ਤੇ ਕੇਸ ਪਾਏ ਜਾ ਰਹੇ ਆ, ਤੁਸੀਂ ਤਿਆਰ ਹੋ ਜਾਓ, ਤਕੜੇ ਹੋ ਜਾਓ, ਆਪਾਂ ਚੋਣਾਂ ਜਿੱਤਣੀਆਂ। ਇਹ ਸਭ ਕੁਝ ਚੋਣਾਂ ਦਾ ਹੀ ਚੱਕਰ ਵੀ ਹੋਇਆ ਕਲੀਅਰ ਸਾਹਿਬ, ਕਿਉਂਕਿ ਆਮ ਆਦਮੀ ਪਾਰਟੀ ਕਹਿੰਦੇ ਇਕੱਠੇ ਰਲ ਕੇ ਖੇਡਦੇ ਹੋ ਤੁਸੀਂ। ਆ ਰਿਹਾ ਮਿਸਟਰ ਬਾਬ ਕੇਪੀ ਜੀ, ਮੈਂ ਨਾ ਸਭ ਤੋਂ ਪਹਿਲਾਂ, ਕਿਉਂਕਿ ਜਗਮੋਹਨ ਜੀ ਬੈਠੇ ਨੇ ਐਜ਼ ਅ ਐਡਵੋਕੇਟ, ਦੇਖੋ ਮੇਰਾ ਇੰਟਰਸਟ ਹੋ ਸਕਦਾ, ਖੜਿਆਲ ਸਾਹਿਬ ਦਾ ਇੰਟਰਸਟ ਹੋ ਸਕਦਾ। ਦੋ ਗੱਲਾਂ ਜਗਮੋਹਨ ਜੀ ਤੋਂ ਮੇਰਾ ਪਹਿਲਾਂ ਲੈ ਲਓ, ਫਿਰ ਮੈਂ ਅੱਗੇ ਬੋਲੂੰਗਾ। ਪਹਿਲੀ ਗੱਲ, ਜਿਹੜੀ ਮੇਰੇ ਵੀਰ ਨੇ ਇੰਨੀ ਸੋਹਣੀ ਗੱਲ ਕਹੀ ਕਿ ਡੂ ਨਾਟ ਫਾਈਂਡ ਐਨੀ ਮੈਰਿਟ। ਅੱਜ ਤੱਕ ਹਾਈ ਕੋਰਟ ਦੇ ਇਤਿਹਾਸ ਦੇ ਵਿੱਚ ਜਿਹੜੀ ਵੀ ਐਂਟੀਸਪੇਟਰੀ ਬੇਲ ਡਿਸਮਿਸ ਹੋਈ ਹੈ, ਉਹਦੇ 'ਚ ਲਾਈਨ ਪੱਕਾ ਹੁੰਦੀ ਹੈ, ਪੁੱਛ ਲਓ ਵੀ ਸਾਰੀਆਂ 'ਚ ਹੀ ਹੁੰਦੀ ਹੈ ਨਾ ਇਹ ਵਾਲੀ ਲਾਈਨ। ਔਰ ਦੂਜੀ ਗੱਲ, ਅਗਰ ਹਾਈ ਕੋਰਟ ਦੇ ਵਿੱਚ ਸਰਕਾਰੀ ਵਕੀਲਾਂ ਦੀ ਹਾਜ਼ਰੀ 'ਚ ਕੋਰਟ ਨੇ ਕਿਹਾ ਕਿ ਠੀਕ ਹੈ ਜੀ, ਅਸੀਂ ਤੁਹਾਡੀ ਪ੍ਰੇਅਰ ਕੰਸੀਡਰ ਕਰਦੇ ਹਾਂ, ਵੇਟ ਕਰੋ ਫॉर ਆਰਡਰਸ, ਕੀ ਇਹ ਕੰਟੈਂਪਟ ਨਹੀਂ ਉਸ ਆਰਡਰਸ ਦੀ ਵੇਟ ਕਰਨ ਤੋਂ ਪਹਿਲਾਂ? ਮਿਸਟਰ ਕਲੀਅਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮਿਸਟਰ ਕਲੀਅਰ, ਮੈਂ ਤੁਹਾਡੀ ਗੱਲ ਇਹ ਕਰਦਾ ਰਿਹਾ, ਮਿਸਟਰ ਕਲੀਅਰ ਤੁਹਾਡੀ ਗੱਲ ਇਹ ਕਰਦਾ ਰਿਹਾ, ਮਿਸਟਰ ਕਲੀਅਰ, ਜੇ ਤੁਸੀਂ ਕੰਟੈਂਪਟ ਕਹਿ ਰਹੇ ਹੋ, ਤੁਸੀਂ ਫਿਰ ਇਲੈਕਸ਼ਨ ਕਮਿਸ਼ਨ ਲਿਖ ਕੇ ਕਿਉਂ ਨਹੀਂ ਦਿੰਦੇ? ਨਹੀਂ, ਮੈਂ ਪਹਿਲਾਂ ਪੁੱਛ ਰਿਹਾ ਜੀ ਕਿ ਜਗਮੋਹਨ ਜੀ ਤੋਂ ਐਜ਼ ਇੰਡੀਪੈਂਡੈਂਟ ਵਿਊ ਲੈ ਲਓ ਕਿ ਕੀ ਮੈਂ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ, ਮੈਂ ਤਾਂ ਪੁੱਛ ਲਓ ਜੀ। ਨਹੀਂ, ਜਗਮੋਹਨ ਜੀ ਇੰਡੀਪੈਂਡੈਂਟ ਵਿਊ ਦੇ ਚੁੱਕੇ ਆ ਸਰ, ਜਿਹੜੇ ਦੇਣੇ ਸੀ। ਹੁਣ ਤਾਂ ਬਤੌਰ ਸਿਆਸੀ ਬੁਲਾਰਾ ਬਿਆਨ ਦੇਣਗੇ, ਮੈਂ ਪੁੱਛੂੰਗਾ ਉਹਨਾਂ ਨੂੰ। ਸੋ ਇਸ ਲਈ ਕੇਪੀ ਜੀ ਗੱਲ ਇਹ ਹੈਗੀ ਹੈ ਕਿ ਇਹ ਚਲਾ ਰਹੇ ਨੇ ਇੱਕ ਸਿਆਸੀ ਏਜੰਡਾ ਜਿਹੜਾ ਪਹਿਲਾਂ ਵੀ ਡਿੱਗਿਆ ਹੈ। ਔਰ ਤੁਸੀਂ ਇਹ ਦੇਖੋ ਵੀ ਅੱਜ ਵੀ
ਹਲੇ ਇਹਨਾਂ ਨੇ ਚਲਾਉਣਾ ਸ਼ੁਰੂ ਹੀ ਕੀਤਾ ਸੀ, ਫੇਰ ਇਹਨਾਂ ਦੇ ਮੂੰਹ ਤੇ ਕਾਨੂੰਨ ਦੀ ਚਪੇੜ ਵੱਜੀ ਹੈ। ਸੋ ਮੈਂ ਕਾਂਗਰਸ ਸਰਕਾਰ ਨੂੰ ਕਹੂੰਗਾ ਕਿ ਲੋਕਾਂ ਦੇ ਜਿਹੜੇ ਵਾਅਦੇ ਕੀਤੇ ਉਹਨਾਂ ਕਨੀ ਧਿਆਨ ਦਿਓ, ਬਾਕੀ ਗੱਲਾਂ ਬਾਅਦ ਚ ਕਰਿਓ। ਚਲੋ ਮੈਂ ਚਪੇੜ ਕਿਹਦੀ ਹੈ ਹਰੇਕ ਨੂੰ ਪਤਾ ਹੈ, ਤੇ ਕਿਹੜਾ ਪਹਿਲਾਂ ਭੱਜਦਾ ਸੀ ਤੇ ਕਿਹੜਾ ਹੁਣ ਫੇਰ ਭੱਜੂਗਾ, ਇਹ ਵੀ ਹਰੇਕ ਚੀਜ਼ ਹਰੇਕ ਨੂੰ ਪਤਾ ਹੈ। ਚਲੋ ਭੱਜਿਆ ਦੀ ਮਰਿਆਦਾ ਚਲੋ ਮੈਂ ਬ੍ਰੇਕ ਲੈ ਲਵਾਂ, ਬ੍ਰੇਕ ਲੈ ਲਵਾਂ, ਮੈਂ ਬ੍ਰੇਕ ਲੈ ਲਵਾਂ। ਇੱਕ ਦੋ ਦਿਨ ਚ ਤੁਹਾਡੇ ਹੋਰ ਪਰਦੇ ਫਾਸ਼ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਕਿਸ ਘਟੀਆ ਲੈਵਲ ਦੀ ਰਾਜਨੀਤੀ ਤੁਸੀਂ ਇਸ ਕੇਸ ਦੇ ਵਿੱਚ ਵੀ ਕਰ ਰਹੇ ਹੋ। ਠੀਕ, ਮੈਂ ਬ੍ਰੇਕ ਲੈ ਲਵਾਂ, ਇੱਕ ਬ੍ਰੇਕ ਲੈ ਕੇ ਵਾਪਸ ਆ ਰਿਹਾ। ਮੋਹਾਲੀ ਕੋਰਟ ਤੋਂ ਹਾਈ ਕੋਰਟ ਤੱਕ, ਹੁਣ ਸੁਪਰੀਮ ਕੋਰਟ ਵਿੱਚ ਕੀ ਹੋਵੇਗਾ, ਇਹ ਸਾਰੇ ਕਾਨੂੰਨੀ ਨੁਕਤੇ ਹੈਗੇ ਜਿਹਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਵਕੀਲ ਵੀ ਬੈਠੇ ਉਹ ਦੱਸੀ ਜਾਂਦੇ ਆ, ਜਜਮੈਂਟ ਵੀ ਪਈ ਹੈ, ਪਰ ਸਵਾਲ ਇਹ ਹੈਗਾ ਡਰੱਗਸ ਮਾਮਲੇ ਨੂੰ ਸਿਆਸੀ ਫੁੱਟਬਾਲ ਤਾਂ ਨਹੀਂ ਬਣਾ ਲਿਆ ਗਿਆ, ਕਦੇ ਇੱਧਰ ਖੇਡ ਲਿਆ ਕਦੇ ਉੱਧਰ ਖੇਡ ਲਿਆ, ਗੋਲ ਖਾਲੀ ਪਿਆ ਹੈ। ਪਰ ਉਸ ਗੋਲ ਦੇ ਵਿੱਚ ਪੰਜਾਬ ਗੋਲ ਨਹੀਂ ਹੈਗਾ ਕਿਸੇ ਦਾ, ਸਿਆਸਤ ਗੋਲ ਹੈ। ਵਾਪਸ ਆ ਰਿਹਾ ਡਰੱਗਸ ਮਾਮਲੇ 'ਚ ਵਾਰ ਪਲਟਵਾਰ ਵਾਲੀ ਸਿਆਸਤ ਦਾ ਅੰਜਾਮ ਕੀ ਹੈ। ਜਗਮੋਹਨ ਸਿੰਘ ਜੀ, ਹੁਣ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਵਜੋਂ ਮੈਂ ਤੁਹਾਨੂੰ ਸਵਾਲ ਕਰ ਰਿਹਾ, ਕੈਪਟਨ ਅਮਰਿੰਦਰ ਸਿੰਘ ਕੋਲ ਇਹ ਰਾਹ ਨਹੀਂ ਹੈਗਾ ਸੀ ਜਿਹੜਾ ਹੁਣ ਦੀ ਚੰਨੀ ਸਰਕਾਰ ਨੇ ਅਪਣਾਇਆ। ਜਗਮੋਹਨ ਸਿੰਘ ਜੀ, ਤਾਂ ਤੁਹਾਨੂੰ ਮਜਬੂਰੀ 'ਚ ਇਹ ਕਹਿਣਾ ਪੈ ਰਿਹਾ ਹੈ ਕਿ ਪਹਿਲੀ ਨਜ਼ਰ ਦੇ ਵਿੱਚ ਫੇਅਰਲੈਸ ਨਹੀਂ ਲੱਗਦਾ ਪਿਆ ਇਹ? ਨਹੀਂ, ਮੈਂ ਤੁਹਾਨੂੰ ਦੱਸਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੀ ਸਰਕਾਰ ਦੇ ਦੌਰਾਨ 41,026 ਕੇਸ ਰਜਿਸਟਰ ਕੀਤੇ ਐਨਡੀਪੀਐਸ ਦੇ ਸੰਬੰਧ ਵਿੱਚ। 52,000 ਜਗਮੋਹਨ ਜੀ ਮਾਫ ਕਰਨਾ, ਮੈਂ ਤੁਹਾਨੂੰ ਕਦੇ ਵੀ ਮੈਂ ਤੁਹਾਨੂੰ ਕੱਟਣਾ ਨਹੀਂ ਚਾਹ ਰਿਹਾ ਜਗਮੋਹਨ ਜੀ। ਮੇਰਾ ਸਵਾਲ ਸਿੱਧਾ ਮਿਸਟਰ ਮਜੀਠੀਆ ਦੇ ਮਾਮਲੇ 'ਚ ਹੈ। ਇਹ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੀ ਸਟੇਟਮੈਂਟ ਦਿੱਤੀ ਹੈ ਸਰ, ਮੈਂ ਖੁਦ ਚਲਾਉਂਦਾ ਰਿਹਾ ਸਰ, ਅਸੀਂ ਪ੍ਰੈਸ ਕਾਨਫਰੰਸ ਅਟੈਂਡ ਕਰਦੇ ਰਹੇ, ਉਹਨਾਂ ਕੋਲ ਬਹੁਤ ਡਾਟਾ। ਕਾਂਗਰਸ ਅੱਜ ਤੱਕ ਉਹਨਾਂ ਦੀ ਸਟੇਟਮੈਂਟ ਨੂੰ ਅੱਗੇ ਵਧਾਉਂਦੀ ਹੈ, ਕਾਂਗਰਸ ਵੀ ਅੱਜ ਤੱਕ ਉਹਨਾਂ ਦੀ ਸਟੇਟਮੈਂਟ ਨੂੰ ਅੱਗੇ ਵਧਾਉਂਦੀ ਹੈ, ਅਸੀਂ ਇੰਨੇ ਕੇਸ ਕੀਤੇ, ਇੰਨੇ ਫੜੇ। ਮੈਂ ਸਵਾਲ ਕਰ ਰਿਹਾ ਜੀ, ਮਜੀਠੀਆ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਰਾਹ ਨਹੀਂ ਹੈਗਾ ਸੀ ਜੋ ਹੁਣ ਦੀ ਚੰਨੀ ਸਰਕਾਰ ਨੇ ਅਪਣਾਇਆ? ਨਹੀਂ, ਜੇ ਸਪੋਜ਼ ਕਰ ਲਓ ਪੁਲਿਸ ਏਜੰਸੀਜ਼, ਇਨਵੈਸਟੀਗੇਸ਼ਨ ਏਜੰਸੀਜ਼ ਕੋਈ ਕਲੈਕਸ਼ਨ ਆਫ ਐਵੀਡੈਂਸ ਲੈ ਕੇ ਆਉਂਦੇ, ਜਿੱਥੇ ਉਹਨਾਂ ਨੇ ਪਹਿਲਾਂ 41,000 ਕੇਸ ਰਜਿਸਟਰ ਕੀਤੇ ਆ ਤਾਂ ਉਹ ਵੀ ਕੇਸ ਰਜਿਸਟਰ ਕਰਦੇ। ਲੇਕਿਨ ਜੇ ਉਹਨਾਂ ਦੇ ਕੋਲੇ ਕੋਈ ਕਨਵਿੰਸਿੰਗ ਤੇ ਕਲਿੰਚਿੰਗ ਐਵੀਡੈਂਸ ਨਹੀਂ ਹੈ ਤਾਂ ਫਿਰ ਇਸ ਤਰੀਕੇ ਨਾਲ ਰੂਲ ਆਫ ਲਾਅ ਨੂੰ ਉਹ ਬੈਂਡ ਥੋੜੀ ਕਰ ਸਕਦੇ ਆ। ਤੋ ਜਿੱਥੋਂ ਤੱਕ ਜਿਹੜੀ ਇਹ ਗੱਲ ਹੈਗੀ ਆ, ਅਸੀਂ ਇਹ ਕਹਿੰਦੇ ਆ ਵੀ ਐਨਡੀਪੀਐਸ ਐਕਟ ਦੇ ਅਗੇਂਸਟ ਜਿਸਨੇ ਵੀ ਕੋਈ ਜੁਰਮ ਕੀਤਾ ਉਹਦੇ ਤੇ ਕੇਸ ਰਜਿਸਟਰ ਹੋਣਾ ਚਾਹੀਦਾ। ਨਹੀਂ ਜਗਮੋਹਨ ਜੀ ਜਾਂ ਤਾਂ ਫਿਰ ਸਪਸ਼ਟ ਕਰੋ ਨਾ ਜਗਮੋਹਨ ਜੀ ਸਰ ਜਾਂ ਤਾਂ ਸਪਸ਼ਟ ਕਰ ਦਿਓ ਨਾ, ਰੂਲ ਆਫ ਲਾਅ ਅਮੈਂਡ ਕੀਤਾ ਇਹਨਾਂ ਨੇ ਹੁਣ ਦੀ ਗਵਰਨਮੈਂਟ ਨੇ, ਜਾਂ ਤਾਂ ਫਿਰ ਆਪਾਂ ਇੱਕ ਪਾਸੇ ਖੜੀਏ ਨਾ ਸਰ। ਹਾਂ, ਅਮੈਂਡ ਨਹੀਂ ਕੀਤਾ, ਰੂਲ ਆਫ ਲਾਅ ਬੈਂਡ ਕੀਤਾ। ਹਾਂ, ਬੈਂਡ ਕੀਤਾ, ਮੈਂ ਸਰ ਉਹੀ ਕਹਿ ਰਿਹਾ ਨਾ, ਇਹਨਾਂ ਨੇ ਕੀਤਾ ਹੈ, ਜਾਂ ਤਾਂ ਫਿਰ ਸਿੱਧਾ ਕਹੋ ਨਾ ਸਰ ਜਗਮੋਹਨ ਜੀ। ਸਰ ਪ੍ਰਾਈਮਾ ਫਸਈ ਅਗਰ ਕੋਈ ਐਵੀਡੈਂਸ ਨਹੀਂ ਹੈ ਤਾਂ ਤੁਸੀਂ ਉਸ ਦੇ ਆਧਾਰ ਦੇ ਉੱਤੇ ਇਸ ਤਰ੍ਹਾਂ ਕਿਸੇ ਬੰਦੇ ਨੂੰ ਜੇ ਐਫਆਈਆਰ ਕਰੋਗੇ ਉਹ ਅਗੇਂਸਟ ਜਾਏਗੀ ਚੀਜ਼। ਇਸ ਤਰ੍ਹਾਂ ਨਹੀਂ ਆਪਾਂ ਕਰ ਸਕਦੇ। ਇਹਦਾ ਮਤਲਬ ਜਗਮੋਹਨ ਜੀ ਇਹਦਾ ਮਤਲਬ ਸਰਕਾਰ ਨੂੰ ਮੂੰਹ ਦੀ ਖਾਣੀ ਪਊਗੀ ਇਸ ਕੇਸ ਦੇ ਵਿੱਚ। ਜਦੋਂ ਟ੍ਰਾਇਲ ਹੋਏਗਾ ਜੀ ਉਹ ਤਾਂ ਉਦੋਂ ਦੇਖਿਆ ਜਾਏਗਾ ਕਿ ਕਿਸ ਐਵੀਡੈਂਸ ਦੇ ਬੇਸ ਦੇ ਉੱਤੇ ਪ੍ਰਾਈਮਾ ਫਸਈ ਕੇਸ ਰਜਿਸਟਰ ਹੋ ਰਿਹਾ, ਉਹ ਇਸ ਸਟੇਜ ਦੇ ਉੱਤੇ ਆਪਾਂ ਨਹੀਂ ਕਹਿ ਸਕਦੇ। ਚਲੋ ਠੀਕ ਹੈ ਮਿਸਟਰ ਜੇ ਕਿਸੇ ਵੀ ਕੇਸ ਦੇ ਵਿੱਚ ਪ੍ਰਾਈਮਾ ਫਸਈ ਐਵੀਡੈਂਸ ਨਹੀਂ ਹੈ, ਐਫਆਈਆਰ ਸ਼ੁੱਡ ਨਾਟ ਬੀ ਰਜਿਸਟਰਡ। ਚਲੋ ਮਿਸਟਰ ਅਹਿਬਾਬ, ਜਗਮੋਹਨ ਜੀ ਦੀ ਗੱਲ ਨਾਲ ਇਤਫਾਕ ਰੱਖਦੇ ਹੋ ਤੁਸੀਂ? ਉਹ ਸਰ ਕੈਪਟਨ ਸਾਹਿਬ ਤਾਂ ਕਹਿੰਦੇ ਮੇਰੀ ਤਾਂ ਗੋਦੀ 'ਚ ਖੇਡਦਾ ਰਿਹਾ ਮਜੀਠੀਆ, ਇਹਦੇ ਫਾਦਰ ਮੇਰੇ ਦੋਸਤ ਹੁੰਦੇ ਸੀਗੇ, ਉਹ ਇਹਨਾਂ ਤੋਂ ਕੀ ਆਪਾਂ ਉਮੀਦ ਕਰ ਸਕਦੇ ਹਾਂ, ਛੱਡੋ। ਜਿਹੜੀ ਗੱਲ ਖੜਿਆਲ ਸਾਹਿਬ ਕਹਿ ਰਹੇ ਸੀ ਨਾ ਕਿ ਅਸੀਂ ਉਹਨੂੰ ਕਲੀਨ ਚਿੱਟ ਦੇ ਰਹੇ ਹਾਂ, ਬਿਲਕੁਲ ਨਹੀਂ ਦੇ ਰਹੇ। ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜਿਹੜੇ ਬੰਦੇ ਕਹਿੰਦੇ ਆ ਕਿ ਸਾਡਾ 1.5 ਕਰੋੜ ਦਾ ਸੌਦਾ ਨਹੀਂ ਹੋ ਰਿਹਾ ਸੀ ਐਫੀਡਰੀਨ ਦਾ, ਤੇ ਮਜੀਠੀਆ ਸਾਹਿਬ ਦੀ ਇੰਟਰੋਡਕਸ਼ਨ ਨਾਲ ਹੋ ਗਿਆ, ਉਹ ਬੰਦੇ ਦੀ ਜਿਹੜੀ ਸਟੇਟਮੈਂਟ ਆਈ ਹੋਈ ਹੈ ਜੇ ਉਹ ਝੂਠੀ ਆ ਤਾਂ ਮਜੀਠੀਆ ਸਾਹਿਬ ਜਾ ਕੇ ਕਹਿਣ, ਇਨਵੈਸਟੀਗੇਸ਼ਨ ਜੁਆਇਨ ਕਰਨ। ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ 41,000 51,000 ਜਿੰਨੇ ਵੀ ਕੇਸ ਇਹਨਾਂ ਨੇ ਰਜਿਸਟਰ ਕਰ ਲਏ, ਤੁਸੀਂ ਵੱਡਾ ਕਿੰਗਪਿਨ ਕਿਹੜਾ ਫੜਿਆ? ਸਿਆਸੀ ਸੰਰਕਸ਼ਣ ਤੋਂ ਬਿਨਾਂ ਪੰਜਾਬ 'ਚ ਇਸ ਲੈਵਲ ਤੇ ਨਸ਼ਾ ਵਿਕਣਾ ਅਸੰਭਵ ਸੀ, ਤੇ ਸਿਆਸੀ ਸੰਰਕਸ਼ਣ ਫਰੋਮ ਦਾ ਟੌਪ ਸੀਗਾ, ਟੌਪ ਤੋਂ ਸੰਰਕਸ਼ਣ ਮਿਲ ਰਿਹਾ ਸੀਗਾ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਤੇ ਕਾਂਗਰਸ ਸਰਕਾਰ ਵੇਲੇ ਵੀ। ਗੱਲ ਇਹ ਹੈ ਕਿ ਇੱਥੇ ਸੈਕਸ਼ਨ ਫਲਾਣਾ ਸੈਕਸ਼ਨ ਧਮਕਾਣਾ ਕਹਿ ਕੇ ਇੱਕ ਦੂਜੇ ਨੂੰ ਉਲਝਾਈ ਜਾਣਗੇ। ਜਦੋਂ ਮਜੀਠੀਆ ਬਾਹਰ ਆਇਆ ਉਹਨੇ ਸ਼ਰੇਆਮ ਕਿਹਾ ਆਈ ਫਿਰਦਾ ਸੀ, ਪਤਾ ਸੀ ਇਹਨੂੰ ਮੈਂ ਕਿੱਥੇ ਬੈਠਾ ਸੀ, ਇਹ ਮੈਨੂੰ ਫੜ ਲੈਂਦੇ। ਜਦੋਂ ਅਗਲਾ ਬੰਦਾ ਜਿਹਨੂੰ ਕਰਨਾ ਚਾਹੀਦਾ ਸੀ ਅਰੈਸਟ, ਉਹ ਕਹਿ ਰਿਹਾ ਕਿ ਇਹਨਾਂ ਨੂੰ ਪਤਾ ਸੀ ਮੈਂ ਕਿੱਥੇ ਬੈਠਾ, ਇੱਕ ਦੂਜੇ ਦੇ ਬਾਰੇ ਕੋਈ ਇਹੋ ਜਿਹੀਆਂ ਹਲਕੀਆਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਭਟਕਾਉਂਦੇ ਆ। ਸੱਚ ਇਹ ਹੈ ਕਿ ਪੰਜਾਬ ਦੇ ਵਿੱਚ ਪੋਲੀਟੀਕਲ ਪੈਟਰਨੇਜ ਦੇ ਨਾਲ ਡਰੱਗਸ ਵਿਕੇ ਨੇ, ਐਂਡ ਜਦੋਂ ਡਰੱਗਸ ਵਿਕੇ ਨੇ ਉਦੋਂ ਇਹਨਾਂ ਨੇ ਇੱਕ ਦੂਜੇ ਦੀ ਬੈਕਸ ਪ੍ਰੋਟੈਕਟ ਕੀਤੀਆਂ ਨੇ ਕਿ ਚੱਲ ਕੋਈ ਗੱਲ ਨਹੀਂ, ਮੇਰੀ ਆ ਗਈ ਤੂੰ ਬਚਿਆ ਰਹੇਗਾ, ਤੇਰੀ ਆ ਗਈ ਮੈਂ ਬਚਿਆ ਰਹੂੰਗਾ। ਆਹ ਗੱਲ ਹੋਈ ਹੈ ਜੀ। ਚਲੋ ਕਲੀਅਰ ਸਾਹਿਬ, ਇੱਕ ਸਵਾਲ ਤੁਹਾਨੂੰ ਮੈਂ ਜ਼ਰੂਰ ਪੁੱਛਣਾ ਚਾਹੁੰਦਾ। ਕਲੀਅਰ ਸਾਹਿਬ, ਆਈਡੀ ਸਾਰਾ ਆਰਡਰ ਹੈਗਾ ਕੋਰਟ ਦਾ, ਇਹਦੇ ਵਿੱਚ ਕਿਤੇ ਲਿਖਿਆ ਕਿ ਮਿਸਟਰ ਮਜੀਠੀਆ ਜਾਂਚ ਏਜੰਸੀ ਨੂੰ ਸਹਿਯੋਗ ਨਹੀਂ ਦੇ ਰਹੇ ਸੀਗੇ
ਜਾਂ ਸਾਡੇ ਕੋਲ ਕੋਈ ਇਹੋ ਜਿਹੀ ਗਰਾਊਂਡ ਨਹੀਂ ਹੈਗੀ ਜਿੰਦੇ ਕਾਰਨ ਅਸੀਂ ਉਹਨਾਂ ਨੂੰ ਜਿਹੜੀ ਅਗਾਊਂ ਜ਼ਮਾਨਤ ਦੇ ਸਕੀਏ। ਇਹ ਕਿਤੇ ਗੱਲ ਨੋਟਿਸ ਚਾਹੀ ਹੈ ਕਲੇਰ ਸਾਹਿਬ? ਤੁਸੀਂ ਤਾਂ ਪੜ੍ਹ ਲਿਆ ਨਾ ਸਾਰਾ। ਮੈਂ ਤੁਹਾਨੂੰ ਕੇਪੀ ਜੀ ਪਹਿਲੀ ਗੱਲ ਤਾਂ ਇਹ ਕਹਿਣਾ ਕਿ ਵਿਕਰਮ ਮਜੀਠੀਆ ਸਾਹਿਬ ਨੂੰ 3 ਵਾਰੀ ਜਾਂਚ ਏਜੰਸੀ ਨੇ ਸਮਨ ਕਰਕੇ ਬੁਲਾਇਆ। 3 ਵਾਰੀ ਵਿਕਰਮ ਮਜੀਠੀਆ ਸਾਹਿਬ ਉੱਥੇ ਪੇਸ਼ ਹੋਏ ਨੇ ਔਰ ਜੋ ਪੁੱਛਗਿੱਛ ਉਹਨਾਂ ਨੇ ਕੀਤੀ ਹੈ ਬਿਲਕੁਲ। ਸਰ ਮੈਂ ਥੋੜਾ ਡਾਕੂਮੈਂਟਡ ਆ ਜਾਓ ਕਲੇਰ ਸਾਹਿਬ। ਇਹ ਨਹੀਂ ਕਲੇਰ ਸਾਹਿਬ ਪਲੀਜ਼ ਮੇਰਾ ਸਵਾਲ ਸੁਣ ਲਓ। ਕਲੇਰ ਸਾਹਿਬ ਮੇਰਾ ਦੁਬਾਰਾ ਸਵਾਲ ਸੁਣ ਲਓ। ਇਸ ਡਾਕੂਮੈਂਟ ਵਿੱਚ ਕਿਤੇ ਲਿਖਿਆ ਹੈ ਕਿ ਮਿਸਟਰ ਮਜੀਠੀਆ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਸੀ, ਇਸ ਕਰਕੇ ਉਹਨਾਂ ਦਾ ਗਰਾਊਂਡ ਨਹੀਂ ਬਣਦਾਗਾ? ਇਹ ਕਿਤੇ ਲਿਖਿਆ ਸਰ? ਇਹ ਕੰਟੈਂਸ਼ਨ ਹੈ, ਇਹ ਸਟੇਟ ਕਾਉਂਸਲ ਦੀ ਕੰਟੈਂਸ਼ਨ ਹੈ ਜਿਹੜੀ ਰਿਕਾਰਡ ਕੀਤੀ ਹੈ। ਜੱਜ ਸਾਹਿਬ ਦੀ ਕੰਟੈਂਸ਼ਨ ਨਹੀਂ, ਸਟੇਟ ਕਾਉਂਸਲ ਨੇ ਕਿਹਾ ਕਿ ਜਾਂਚ ਸਹਿਯੋਗ ਨਹੀਂ ਦੇ ਰਹੇ। ਇਹ ਸਟੇਟ ਕਹਿ ਰਹੀ ਹੈ, ਜੱਜ ਸਾਹਿਬ ਨੇ ਨਹੀਂ ਕਿਹਾ ਵੀ ਉਹ ਜਾਂਚ ਸਹਿਯੋਗ ਨਹੀਂ ਦੇ ਰਹੇ, ਮੈਂ ਤਾਂ ਡਿਸਮਿਸ ਕਰ ਰਹੀ ਹਾਂ। ਸੋ ਇੱਕ ਪੁਆਇੰਟ ਹੈ ਜੀ, ਸਟੇਟ ਕਹਿ ਰਹੀ ਹੈ ਕਲੀਅਰ ਸਾਹਿਬ, ਜਿਹੜੇ ਮੈਰਿਟਸ ਹੈ ਉਹ ਪਹਿਲਾਂ ਆਲਰੇਡੀ ਕੰਸੀਡਰ ਹੋ ਚੁੱਕੇ ਆ। ਅਗਰ ਸੈਕਸ਼ਨ 37 ਦੀ ਪਹਿਲਾਂ ਕੋਈ ਇੰਬਾਰਗੋ ਹੁੰਦੀ, 25 ਦੀ, 27 ਦੀ, 29 ਦੀ ਹੁੰਦੀ ਤਾਂ ਫਿਰ ਗ੍ਰਿਫਤਾਰੀ ਤੇ ਰੋਕ ਨਹੀਂ ਲੱਗਣੀ ਸੀ। ਉਹ ਪਹਿਲਾਂ ਮੈਰਿਟਸ ਦੇਖ ਕੇ ਗ੍ਰਿਫਤਾਰੀ ਤੇ ਰੋਕ ਲੱਗੀ ਹੈ, ਪਰ ਕਿਉਂਕਿ ਕੰਡੈਂਸੀ ਦੇ ਦੌਰਾਨ ਸੁਪਰੀਮ ਕੋਰਟ ਦੀ ਜਜਮੈਂਟ ਆਈ ਹੈ, ਜਨਵਰੀ ਦੇ ਵਿੱਚ ਲੇਟੈਸਟ ਜਜਮੈਂਟ ਆਈ ਹੈ, ਟੈਕਨੀਕਲ ਇਸ਼ੂ ਫਸ ਗਿਆ, ਉਹਦੇ ਕਰਕੇ ਮੈਂ ਸੁਪਰੀਮ ਕੋਰਟ ਗਿਆ ਨਹੀਂ। ਇਹ ਝੂਠਾ ਸੱਚਾ ਮੈਰਿਟਸ ਇਹ ਡਿਸਾਈਡ ਹੋ ਗਏ ਸੀ, ਗ੍ਰਿਫਤਾਰੀ ਤੇ ਰੋਕ ਲੱਗੀ। ਕਲੇਰ ਸਾਹਿਬ ਤੁਸੀਂ ਬੜੇ ਵੱਡੇ ਵਕੀਲ ਖੜੇ ਕੀਤੇ ਹੋਏ ਆ ਇੱਥੇ ਹਾਈ ਕੋਰਟ ਦੇ ਵਿੱਚ ਵੀ ਬਹੁਤ ਵੱਡੇ ਵਕੀਲ ਆ, ਮੇਰੇ ਕੋਲ ਸਾਰੀ ਲਿਸਟ ਪਈ ਹੈ ਸਰ, ਠੀਕ ਹੈ। ਸੁਪਰੀਮ ਕੋਰਟ ਵਿੱਚ ਵੀ ਤੁਹਾਡੇ ਬਹੁਤ ਵੱਡੇ ਵਕੀਲ ਹੈ। ਕਲੇਰ ਸਾਹਿਬ, ਕਿ ਇਹ 3 ਦਿਨ ਵਿੱਚ ਜੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਸਕਦੀ ਹੈ ਪੰਜਾਬ ਪੁਲਿਸ ਜਾਂ ਨਹੀਂ ਸਰ? ਸਰ ਗ੍ਰਿਫਤਾਰ ਕਰਨਾ ਤਾਂ ਪੰਜਾਬ ਪੁਲਿਸ ਦੀ ਬਾਤ ਦੀ ਗੱਲ ਹੈ। ਮੈਂ ਬੜੇ ਸਪਸ਼ਟ ਤੌਰ ਤੇ ਕਹਿਣਾ ਕਿ ਜੋ ਹਾਈ ਕੋਰਟ ਦੇ ਹੁਕਮ ਨੇ ਉਹਨਾਂ ਦੀ ਇੱਕ ਇੱਕ ਸ਼ਬਦ ਦੀ ਪਾਲਣਾ ਕਰੀ ਜਾਊਗੀ ਔਰ ਬਿਕਰਮ ਸਿੰਘ ਮਜੀਠੀਆ ਕਾਨੂੰਨ ਦੇ ਮੁਤਾਬਕ, ਕਾਨੂੰਨ ਦੇ ਵਿੱਚ ਦਿੱਤੀਆਂ ਹੋਈਆਂ ਜਿਹੜੀਆਂ ਪ੍ਰੋਵੀਜ਼ਨਸ ਹੈ, ਜਿਹੜੇ ਸਾਨੂੰ ਸੰਵਿਧਾਨ ਨੇ ਹੱਕ ਦਿੱਤੇ ਨੇ, ਸੀ ਉਹ ਐਕਸਪਲੋਰ ਕਰਾਂਗੇ। ਉਹ ਕਰਨ ਤੋਂ ਨਾ ਕਾਂਗਰਸ ਰੋਕ ਸਕੇ, ਕਿਉਂਕਿ ਅਸੀਂ ਆਜ਼ਾਦ ਭਾਰਤ ਚ ਰਹਿ ਰਹੇ ਹਾਂ, ਡੈਮੋਕ੍ਰੇਸੀ ਹੈ, ਉਰੇ ਕੋਈ ਰਾਜ ਨਹੀਂ ਚੱਲ ਰਿਹਾ, ਗੁੰਡਾ ਤੰਤਰ ਨਹੀਂ, ਕਿ ਸਾਨੂੰ ਆਪਣੀਆਂ ਲੀਗਲ ਆਪਸ਼ਨਸ ਵੀ ਨਹੀਂ ਕਰਨ ਦੇਣਗੇ। ਔਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਸੌਰੀ ਲਾਸਟ ਗੱਲ ਕਹਿਣੀ ਚਾਹੁੰਦਾ ਜੀ, ਬਿਕਰਮ ਮਜੀਠੀਆ ਪਿੱਛੇ ਤਾਂ ਐਡਾ ਤੰਤਰ ਲਾਈ ਬੈਠੇ ਨੇ ਇਹ। ਇਹਨਾਂ ਨੂੰ ਪੁੱਛੋ ਵੀ ਜਿਹੜਾ ਇੱਕੋ ਹੈਗਾ ਬੈਂਸ ਹੈ ਜਿਹਦੇ ਖਿਲਾਫ ਕੋਰਟ ਤੇ ਗੈਰ ਜ਼ਮਾਨਤੀ ਵਾਰੰਟ ਹੈ, ਸੁੱਖੀ ਰੰਧਾਵਾ ਜਾਂ ਡੀਜੀਪੀ ਸੁੱਤਾ ਪਿਆ ਵੀ ਉਹਨੂੰ ਘਰੋਂ ਅਰੈਸਟ ਕਰ ਲਈਏ, ਕੋਰਟ ਉਹਨੂੰ ਬੁਲਾ ਰਹੀ ਹੈ। ਸਿੱਧੂ ਮੂਸੇਵਾਲੇ ਦੇ ਖਿਲਾਫ ਨਾਨ ਅਵੇਲੇਬਲ ਵਾਰੰਟ ਇਹਨਾਂ ਨੇ ਐਗਜ਼ੀਕਿਊਟ ਨਹੀਂ ਕੀਤੇ। ਸੋ ਇਹ ਦੋਹਰੇ ਮਾਪਦੰਡ ਜਿਹੜੇ ਨੇ ਨਾ ਪੰਜਾਬ ਸਰਕਾਰ ਦੇ, ਦਾ ਜਵਾਬ ਜਨਤਾ ਦੀ ਕਚਹਿਰੀ ਚ ਇਹਨਾਂ ਨੂੰ ਦੇਣਾ। ਕਲੀਅਰ ਸਾਹਿਬ ਹੁਣ ਜਿਹੜੀ ਉਹ ਠੀਕ ਹੈ ਤੁਸੀਂ ਜਿਹੜਾ ਸਵਾਲ ਕੀਤਾ ਕਲੀਅਰ ਸਾਹਿਬ, ਹੁਣ ਪੰਜਾਬ ਪੁਲਿਸ ਹੈ ਉਹ ਸਰਕਾਰ ਦੇ ਅੰਡਰ ਹੈਗੀ ਹੈ। ਜਿਹੜੇ ਮਿਸਟਰ ਬੈਂਸ ਦਾ ਜ਼ਿਕਰ ਕੀਤਾ ਤੁਸੀਂ, ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ, ਪੰਜਾਬ ਸਰਕਾਰ ਇਹਨਾਂ ਨੂੰ ਇੰਪਲੀਮੈਂਟ ਕਰਵਾ ਸਕਦੀ ਹੈ ਸਰ? ਕਲੀਅਰ ਸਾਹਿਬ ਸਰ ਕੁਛ ਨਾ 2-3 ਅਫਸਰ ਨੇ ਜਿਹੜੇ ਕਿ ਕਾਨੂੰਨ ਦੀਆਂ ਹੱਦਾਂ ਇਸ ਹੱਦ ਤੱਕ ਟੱਪ ਬੈਠੇ ਨੇ ਕਿ ਉਹਨਾਂ ਨੂੰ ਹੁਣ ਆਪਣਾ ਹੀ ਪਾਲਾ ਖਾ ਰਹੇ। ਉਹ ਕਹਿੰਦੇ ਬੰਦਾ ਇੱਕ ਗਲਤੀ ਨੂੰ ਲੁਕਾਉਣ ਲਈ ਫਿਰ ਗਲਤੀਆਂ ਕਰਦਾ ਤੁਰਿਆ ਜਾਂਦਾ ਹੈ। ਉਹ 3-4 ਅਫਸਰ ਨੇ ਜਿਹੜੇ ਆਪਦੀ ਪੁਰਾਣੀ ਗਲਤੀ ਨੂੰ ਲੁਕਾਉਣ ਲਈ ਹੁਣ ਗਲਤੀਆਂ ਕਰਦੇ ਤੁਰਦੇ ਜਾ ਰਹੇ ਨੇ, ਪਰ ਕਾਨੂੰਨ ਤੋਂ ਭੱਜ ਕੇ ਕੋਈ ਨਹੀਂ ਜਾ ਸਕਦਾ। ਕਾਨੂੰਨ ਇਨਸਾਫ ਕਰੂਗਾ ਤੇ ਉਹਨਾਂ ਨੂੰ ਵੀ ਸਜ਼ਾ ਜ਼ਰੂਰ ਮਿਲੂਗੀ। ਚਲੋ ਹਾਂ ਮਿਸਟਰ ਬਾਬ ਬੋਲੋ। ਸਰ ਸਟੇਟ ਦੀ ਕੰਟੈਂਸ਼ਨ ਹੈ, ਮਾਨਯੋਗ ਹਾਈ ਕੋਰਟ ਨੇ ਮੰਨੀ ਹੈ ਤਾਂ ਬੇਲ ਕੈਂਸਲ ਹੋਈ ਹੈ, ਪਹਿਲੀ ਗੱਲ। ਦੂਜੀ ਗੱਲ, ਰੰਧਾਵਾ ਸਾਹਿਬ ਨਾ ਮਾਫੀਆ ਬਾਰੇ ਬੋਲਦੇ ਚੰਗੇ ਨਹੀਂ ਲੱਗਦੇ। ਇਹਨਾਂ ਨੇ ਮੁਖਤਾਰ ਅੰਸਾਰੀ ਜਵਾਈ ਬਣਾ ਕੇ ਰੱਖਿਆ ਸੀ ਰੋਪੜ ਜੇਲ੍ਹ 'ਚ, ਸੁਪਰੀਮ ਕੋਰਟ ਤੱਕ ਲੜਿਆ ਕਿ ਉਹਨੂੰ ਯੂਪੀ ਨਹੀਂ ਜਾਣ ਦੇਣਾ, ਉਹਦੇ ਪਰਿਵਾਰ ਨੂੰ ਸਾਹਮਣੇ ਕੋਠੀ ਦਵਾਈ ਸੀਗੀ। ਜਿਹੜਾ ਮਾਫੀਆ ਨੂੰ ਸੰਰਕਸ਼ਣ ਮਿਲਿਆ ਦੋਵੇਂ ਸਰਕਾਰਾਂ ਵੇਲੇ ਬਰਾਬਰ ਮਿਲਿਆ, ਐਂਡ ਇਹ ਔਨ ਰਿਕਾਰਡ ਹੈ, ਮੈਂ ਗਲਤ ਨਹੀਂ ਕਹਿ ਰਿਹਾ, ਦੋਵੇਂ ਸਰਕਾਰਾਂ ਵੇਲੇ ਬਰਾਬਰ ਮਿਲਿਆ। ਚਾਹੇ ਪਹਿਲਾਂ ਅਕਾਲੀ ਭਾਜਪਾ ਸੀ, ਫਿਰ ਮਹਾਰਾਜ ਸਾਹਿਬ ਸੀ, ਤੇ ਹੁਣ ਭਾਵੇਂ ਚੰਨੀ ਸਰਕਾਰ ਹੈ। ਗੱਲ ਇਹ ਹੈ ਕਿ ਕੜਿੱਕੀ ਸਾਰੇ ਆਏ ਆ, 9 ਕਰੋੜ ਉਹਨਾਂ ਦਾ ਵੀ ਫੜਿਆ ਗਿਆ, ਤਾਂ ਸਾਰੇ ਚੁੱਪ ਕਰਕੇ ਬੈਠੇ। ਬੀਜੇਪੀ ਸਾਰੀਆਂ ਕੁੰਡੀਆਂ ਲਈ ਬੈਠੀ ਇਹਨਾਂ ਦੀਆਂ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਊਂਗਾ, ਇੱਕ ਹੋਰ ਛੋਟਾ ਬ੍ਰੇਕ ਲਊਂਗਾ। ਬ੍ਰੇਕ ਤੋਂ ਵਾਪਸ ਆ ਰਿਹਾ ਆਪਾਂ ਹੁਣ ਅਗਲੇ ਸੈਗਮੈਂਟ ਵੱਲ ਚੱਲੀਏ। ਮੈਂ 7 ਵਜੇ ਜੁਆਇਨ ਕਰਨਾ ਸੀਗਾ, ਜੇ ਮੈਨੂੰ ਤੁਸੀਂ ਮਾਫੀ ਦੇ ਦਿਓ ਤਾਂ ਬਹੁਤ ਧੰਨਵਾਦ। ਨਹੀਂ, ਅਗਲੇ ਸੈਗਮੈਂਟ 'ਚ ਪਹਿਲਾ ਸਵਾਲ ਲੈ ਕੇ ਤੁਹਾਨੂੰ ਛੱਡ ਦਾਂਗੇ, ਇੱਕ ਛੋਟਾ ਬ੍ਰੇਕ ਲਵਾਂਗੇ। ਬ੍ਰੇਕ ਤੋਂ ਵਾਪਸ ਆ ਰਹੇ ਹਾਂ ਕਿ ਮਜੀਠੀਆ ਦੇ ਮੁੱਦੇ ਤੇ ਸਜੇਗਾ ਚੋਣ ਅਖਾੜਾ। ਅਸੀਂ ਇਹ ਸਵਾਲ ਕਰ ਰਹੇ, ਪਰ ਇਸ ਸਵਾਲ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਜੇ ਮਜੀਠੀਆ ਖਿਲਾਫ ਸਬੂਤ ਦੇ ਦਿੰਦੀ ਹੈ ਸਰਕਾਰ, ਜਾਂ ਪੰਜਾਬ ਪੁਲਿਸ ਜਾਂਚ ਏਜੰਸੀ ਅਦਾਲਤ ਦੇ ਵਿੱਚ ਰੱਖ ਦਿੰਦੀ ਹੈ, ਉਹ ਜਿਹੜੇ ਪੇਸ਼ ਹੋ ਜਾਂਦੇ ਆ, ਕਿ ਸੁਖਬੀਰ ਸਿੰਘ ਬਾਦਲ ਸਿਆਸਤ ਛੱਡ ਦੇਣਗੇ? ਸੁਖਬੀਰ ਸਿੰਘ ਬਾਦਲ ਦਾ ਬਿਆਨ ਹੈ, ਇਸੇ ਬਿਆਨ ਤੇ ਚਰਚਾ ਕਰਾਂਗੇ। ਵਾਪਸ ਆ ਰਿਹਾ। ਡਰੱਗਸ ਮਾਮਲੇ 'ਚ ਵਾਰ ਪਲਟਵਾਰ ਵਾਲੀ ਸਿਆਸਤ ਦਾ ਅੰਜਾਮ ਕੀ ਹੈ? ਸਿਰਫ 2022 ਚੋਣਾਂ ਹੈ ਜਾਂ ਇਸ ਤੋਂ ਅੱਗੇ ਵੀ ਕੁਛ ਹੈਗਾ? ਮਿਸਟਰ ਕਲੀਅਰ, ਸੁਖਬੀਰ ਸਿੰਘ ਬਾਦਲ ਸਿਆਸਤ ਛੱਡ ਦੇਣਗੇ ਜੇ ਮਜੀਠੀਆ ਖਿਲਾਫ ਸਬੂਤ ਰੱਖ ਦਿੱਤੇ ਸਰਕਾਰ ਨੇ, ਜਾਂਚ ਏਜੰਸੀਆਂ ਨੇ? ਕਲੀਅਰ ਸਾਹਿਬ ਤੁਸੀਂ ਆਪਦੇ ਇਸ ਬਿਆਨ ਤੇ ਕਾਇਮ ਰਹੋਗੇ ਸਰ? ਕਿਉਂਕਿ ਮੈਂ ਸਵਾਲ ਇਸ ਕਰਕੇ ਕਰ ਰਿਹਾ ਮਿਸਟਰ ਕਲੀਅਰ, ਸਵਾਲ ਇਸ ਕਰਕੇ ਜਦੋਂ ਵੀ ਇਹ ਮੁੱਦਾ ਉੱਠਦਾ ਤੁਸੀਂ ਕਹਿੰਦੇ ਵੀ ਅਸੀਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ। ਹੁਣ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਹੁੰਦਾ, ਇਸ ਬਿਆਨ ਤੇ ਕਾਇਮ ਰਹੋਗੇ ਕਲੀਅਰ ਸਾਹਿਬ?
100% ਜੀ। ਅਗਰ ਇੱਕ ਵੀ ਸਬੂਤ ਲਿਆਉਣ, ਔਰ ਮੈਂ ਤੁਹਾਨੂੰ ਹਾਸੀ ਵਾਲੀ ਗੱਲ ਦੱਸਦਾ ਕੇਪੀ ਜੀ, ਇਹਨਾਂ ਨੇ ਨਾ ਦੁਬਾਰਾ ਲਿਆ ਕੇ ਤੁਹਾਨੂੰ ਇਹਨਾਂ ਦੀ ਸਥਿਤੀ ਦੱਸਾਂਗੇ। ਕੋਈ ਗੱਲ ਨਹੀਂ, ਇਹ ਕੱਲੀ ਕੱਲੀ ਚੀਜ਼ ਜਿੱਦਾਂ ਮੈਂ ਕਿਹਾ ਕਿ ਇਨਵੈਸਟੀਗੇਸ਼ਨ ਸਾਹਮਣੇ ਰੱਖਾਂਗੇ। ਇਹ ਦੁਬਾਰਾ ਭੋਲੇ ਦਾ ਲਿਆ ਕੇ ਬਿਆਨ ਕੀਤਾ। ਹੁਣ ਇਹਨਾਂ ਨੂੰ ਮੈਂ ਚੈਲੰਜ ਕਰਦਾ ਕਿ ਪੰਜਾਬ ਸਰਕਾਰ ਜਿਹੜਾ ਲੇਟੈਸਟ ਭੋਲੇ ਦਾ ਬਿਆਨ ਹੋਇਆ 15 ਦਿਨ ਪਹਿਲਾਂ ਉਹ ਦਿਖਾਵੇ, ਜਿਹ 'ਚ ਉਹਨੇ ਕਿਹਾ ਕਿ ਮੈਂ ਤਾਂ ਜਾਣਦਾ ਹੀ ਨਹੀਂ, ਮੈਂ ਕਦੇ ਮਿਲਿਆ ਨਹੀਂ ਨਾ, ਮੈਂ ਕਿਹਾ ਇਹ ਅਫਸਰ ਮੈਨੂੰ ਦਬਾਅ ਪਾ ਰਹੇ ਨੇ ਕਿ ਉਹਦਾ ਨਾਮ ਲੈ। ਸੋ ਬਿਕਰਮ ਮਜੀਠੀਆ ਸਾਹਿਬ ਦਾ ਤਾਂ ਭੋਲੇ ਨੇ ਦੁਬਾਰਾ ਨਹੀਂ ਨਾਮ ਲਿਆ। ਔਰ ਇੱਕ ਹੁਣੀ ਨਾ ਫੋਟੋ ਦਿਖਾ ਰਹੇ ਸੀ ਖੜਿਆਲ ਸਾਹਿਬ, ਮੈਂ ਫੋਟੋ ਕਹੂੰਗਾ ਕਿ ਇਹ ਜਿਹੜੇ ਬੰਦੇ ਦੀ ਫੋਟੋ ਦਿਖਾ ਰਹੇ ਹੋ ਨਾ, ਇਹ ਤੁਰਦੇ ਫਿਰਦੇ ਬੰਦੇ ਨੇ, ਇਹ ਬੁੱਕੇ ਦਿੰਦੇ ਨੇ। ਇਹਦੇ ਨਾਲ ਤਾਂ ਇੱਕ ਤੁਸੀਂ ਬੁੱਕੇ ਦਿੰਦੇ ਦੀ ਫੋਟੋ ਹੈ, ਜਿਹੜਾ ਤੁਹਾਡੇ ਕੈਪਟਨ ਸਾਹਿਬ ਦੇ OSP ਹੈ, ਉਹਨਾਂ ਨਾਲ ਗੱਡੀ 'ਚ ਦਾਰੂ ਪੀਂਦੇ ਦੀ ਫੋਟੋਆਂ ਨੇ ਬੰਦੇ ਦੀ। ਔਰ ਕੈਪਟਨ ਸਰਕਾਰ ਨੇ 2-2 ਪਾਇਲਟਾਂ ਦਿੱਤੀਆਂ ਹੋਈਆਂ ਸੀ ਇਸ ਬੰਦੇ ਨੂੰ ਖੰਨੇ 'ਚ। ਵੀਡੀਓ ਸਾਹਮਣੇ ਹੈ, ਸੋ ਉਹਦਾ ਜਵਾਬ ਵੀ ਨਾਲ ਹੀ ਦੇ ਦਿਆ ਕਰੋ, ਕੱਲੀ ਫੋਟੋ ਨਾ ਦਿਖਾਇਆ ਕਰੋ ਲੋਕਾਂ ਨੂੰ। ਹਾਂ ਮਿਸਟਰ ਖੜਿਆਲ ਬੋਲੋ। ਕੇਪੀ ਜੀ ਆ ਪਹਿਲਾਂ ਤਾਂ ਦੇਖ ਲਓ, ਜੇ ਦਿਖ ਰਹੀ ਹੈ ਤੇ ਦਰਸ਼ਕਾਂ ਨੂੰ ਥੋੜੀ ਉਤਾਂ ਕਰੋ। ਹਾਂ ਦਿਖ ਰਹੀ ਹੁਣ ਦੇਖ ਰਹੀ ਹੈ। ਕੌਣ ਹੈ ਇਹ ਫੋਟੋ ਕਿੰਦੀ ਹੈ ਇਹ ਵਿਅਕਤੀ ਗੁਰਦੀਪ ਰਾਣੂ ਨੇ ਇਹਨਾਂ ਤੋਂ 30 ਕਿਲੋ ਹੈਰੋਇਨ ਫੜੀ ਗਈ ਸੀ। ਆ ਹੁਣ ਦੇਖ ਲਓ ਅਨਵਰ ਮਸੀਹ, ਇਹ ਅਨਵਰ ਮਸੀਹ ਨਾਲ ਫੋਟੋ ਦੇਖ ਲਓ, ਦਰਸ਼ਕਾਂ ਨੂੰ ਦਿਖਾ ਦਿਓ। ਦੇਖ ਰਹੇ ਸਾਰੇ। ਇਹ ਅਨਵਰ ਮਸੀਹ ਤੋਂ 194 ਕਿਲੋ ਹੈਰੋਇਨ ਫੜੀ ਗਈ ਸੀ। ਆ ਹੁਣ ਤੀਜੀ ਦਿਖਾ ਦਿਓ। ਇਹ ਬਿੱਟੂ ਔਲਖ ਨੇ ਇਹਨਾਂ ਦੇ ਨਾਲ ਲੱਡੂ ਖਵਾ ਰਿਹਾ ਵਧੀਆ। ਮਜੀਠੀਆ ਸਾਹਿਬ ਬੜੇ ਖੁਸ਼ ਹੋ ਰਹੇ। ਇਹਨਾਂ ਨੂੰ ਜਵਾਬ ਲੈ ਲਓ, ਫਿਰ ਮੈਂ ਜਾਣਾ। ਠੀਕ ਹੈ ਕਲੀਅਰ ਸਾਹਿਬ, ਠੀਕ ਹੈ। ਆ ਬਿੱਟੂ ਔਲਖ ਜੀ ਦੇਖ ਲਓ, ਠੀਕ ਹੈ। ਆ ਦੇਖ ਲਓ ਤੁਸੀਂ ਜਿਹੜੇ ਹੈਗੇ ਆਪਣਾ ਅਨਵਰ ਮਸੀਹ ਨਾਲ। ਸੋ ਬੇਸਿਕਲੀ ਇੱਕ ਹੋਰ ਸੀਗੀ ਫੋਟੋ, ਹਾਂ ਆ ਸੀਗੀ ਸਤਪ੍ਰੀਤ ਸੱਤੇ ਨਾਲ ਜਗਦੀਸ਼ ਭੁਲਾ ਕੇਸ। ਹਲੋ ਸੋ ਵਿੱਚ ਕੌਣ ਖੜਾ ਜੀ ਉਹ ਵੀ ਦੇਖ ਲਿਓ। ਕਵਰੀ ਕਿਹੜੀ ਦੇਖੋ ਕੋ ਦਿਖਾਓ ਜੀ, ਕਿਹਦੇ ਨਾਲ ਫੋਟੋ ਹੈ, ਦੁਬਾਰਾ ਦਿਖਾਓ। ਕਾਹਨੂੰ ਬਖਲਾਉਨੇ ਹੋ? ਦਿਖਾ ਦਿਓ ਖੜਿਆਲ ਸਾਹਿਬ, ਦਿਖਾ ਦਿਓ। ਕਿਹਦੇ ਨਾਲ ਫੋਟੋ ਹੈ? ਦਿਖਾ ਦਿਓ। ਆ ਦੁਬਾਰਾ ਸੱਤੇ ਵਾਲੀ ਫੋਟੋ ਦਿਖਾਓ ਜੀ। ਸੱਤੇ ਵਾਲੀ ਫੋਟੋ ਕਹਿੰਦੇ ਦੁਬਾਰਾ ਦਿਖਾਓ, ਕੌਣ ਹੈ ਨਾਲ? ਹਲੋ ਸੱਤੇ ਵਾਲੀ ਫੋਟੋ ਦਿਖਾਓ। ਹਲੋ ਨਾ ਨਹੀਂ ਹੈਗੀ, ਦਿਖਾਓ ਜੀ ਸੱਤੇ ਵਾਲੀ ਫੋਟੋ ਦੁਬਾਰਾ। ਹਲੋ ਸੱਤੇ ਵਾਲੀ ਫੋਟੋ 'ਚ ਕੌਣ ਹੈ ਵੈਸੇ ਹੀ ਦੱਸ ਦਿਓ, ਮੈਨੂੰ ਵੀ ਪਤਾ ਲੱਗ ਜਾਊਗਾ ਕੌਣ ਹੈ। ਦੇਖੋ ਕੌਣ ਖੜਾ ਜੀ, ਉਹ ਬੰਦਾ ਕੌਣ ਖੜਾ ਜੀ? ਇਹ ਸੱਤਾ ਖੜਾ, ਮਜੀਠੀਆ ਸਾਹਿਬ ਖੜੇ ਨੇ। ਹੁਣ ਇੱਥੋਂ ਹੁਣ ਕੇਪੀ ਜੀ ਜਵਾਬ ਲੈ ਲਿਓ। ਮੈਂ ਲੈ ਕੋਈ ਐਵੀਡੈਂਸ ਨਹੀਂ, ਕੁਝ ਨਹੀਂ, ਆ ਸਾਰਾ ਕੁਝ ਦੇਖ ਲਿਆ। ਚਲੋ ਦੂਜੇ ਨਹੀਂ, ਇੱਕ ਮਿੰਟ ਪਲੀਜ਼, ਇੱਕ ਮਿੰਟ। ਖੜਿਆਲ ਸਾਹਿਬ ਇਹ ਕੋਰਟ ਵਿੱਚ ਐਵੀਡੈਂਸ ਬਣ ਸਕਦੇ ਜਿਹੜੀਆਂ ਫੋਟੋ ਤੁਸੀਂ ਦਿਖਾ ਰਹੇ ਹੋ, ਜਾਂ ਐਵੀਡੈਂਸ ਹੈਗੇ ਆ ਇਹ? ਬਿਲਕੁਲ ਕੇਪੀ ਜੀ। ਇਹ ਹੁਣ ਮਜੀਠੀਆ ਸਾਹਿਬ ਜਦੋਂ ਪ੍ਰੈਸ ਕਰਦੇ ਆ, ਜਵਾਬ ਲੈ ਲਓ, ਮੈਂ ਜਾਣਾ। ਇੱਕ ਜਵਾਬ ਲਿਓ, ਵਾਦਾ ਦਾ ਰੱਖ ਦਿਓ। ਚਲੋ ਹਾਂ ਬੋਲੋ ਮਿਸਟਰ ਕਲੀਅਰ, ਬੋਲੋ। तो ਇਹਨਾਂ ਤੇ ਮਜੀਠੀਆ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ। ਜਿਹੜੀ ਹੁਣੀ ਮਜੀਠੀਆ ਸਾਹਿਬ ਲੈ ਲਈਏ ਜਵਾਬ, ਲੈ ਲਈਏ ਆਪਾਂ। ਖੜਿਆਲ ਸਾਹਿਬ ਜਵਾਬ ਲੈ ਲਈਏ, ਫਿਰ ਆ ਜਾਣਾ ਮੈਂ। ਇਹਨਾਂ ਨੂੰ ਕੋਈ ਜਵਾਬ ਤਾਂ ਲੈ ਲੈਣਾ। ਬਿੱਟੂ ਔਲਖ ਤੇ ਜਗਜੀਤ ਚਹਿਲ ਦੇ ਪਰ ਸਿੱਟ ਨੇ ਵੀ ਸਪੈਸ਼ਲ ਮੇਰੀ ਗੱਲ ਸੁਣੋ। ਜਦੋਂ ਤੁਹਾਡੇ ਮਜੀਠੀਆ ਸਾਹਿਬ ਪ੍ਰੈਸ ਕਾਨਫਰੰਸ ਨੇ ਇਹ ਸਿੱਟ ਅੱਗੇ ਠੀਕ, ਖੜਿਆਲ ਸਾਹਿਬ ਆ ਰਿਹਾ, ਉਹਨਾਂ ਜਾਣਾ ਹੈ, ਆਪਾਂ ਜਵਾਬ ਲੈ ਲਈਏ ਫਿਰ। ਗੱਲ ਤਾਂ ਸੁਣ ਲੈਣ ਦੋ ਨਾ। ਹਾਂ ਬੋਲੋ ਕਲੀਅਰ ਸਾਹਿਬ, ਬੋਲੋ ਆਪਣੀ ਗੱਲ ਪੂਰੀ ਕਰੋ। ਖੜਿਆਲ ਸਾਹਿਬ ਜਵਾਬ ਦੇ ਲੈਣ ਦਿਓ, 2 ਮਿੰਟ ਜਵਾਬ ਦੇ ਲੈਣ, ਜਾਣਾ ਉਹਨਾਂ ਨੇ ਜਵਾਬ ਦੇ ਲੈਣਾ। ਬੋਲੋ ਕਲੀਅਰ ਸਾਹਿਬ। ਮੈਂ ਖੜਿਆਲ ਸਾਹਿਬ ਨੂੰ ਇਹ ਗੱਲ ਮੇਰੀ ਪੂਰੀ ਹੋ ਗਈ। ਮੈਂ ਆ ਰਿਹਾ ਖੜਿਆਲ ਸਾਹਿਬ 1 ਮਿੰਟ ਆ ਰਿਹਾ। ਖੜਿਆਲ ਸਾਹਿਬ ਆ ਰਿਹਾ ਪਲੀਜ਼। ਹਾਂ ਮਿਸਟਰ ਕਲੀਅਰ। ਇਹ ਜਿਹੜੇ ਬਿੱਟੂ ਔਲਖ ਦੀ ਤੇ ਜਗਜੀਤ ਚਹਿਲ ਦੀ ਫੋਟੋ ਦਿਖਾਈ ਹੈ ਜੀ, ਇਹ ਬੰਦੇ ਅੰਮ੍ਰਿਤਸਰ ਦੇ ਬਹੁਤ ਮਸ਼ਹੂਰ ਬਿਜ਼ਨਸਮੈਨ ਨੇ। ਤੇ ਬਿਕਰਮ ਮਜੀਠੀਆ ਨੇ ਔਨ ਕੈਮਰਾ ਸਿੱਟ ਅੱਗੇ ਬਿਆਨ ਦਿੱਤਾ ਹੈ ਕਿ ਇਹ ਦੋਨੋਂ ਬੰਦਿਆਂ ਨੂੰ ਇੰਟਰੋਡਿਊਸ ਨਵਜੋਤ ਸਿੱਧੂ ਨੇ ਆਪਣੀ ਇਲੈਕਸ਼ਨ ਦੇ ਵਿੱਚ ਕਰਾਇਆ ਸੀ ਐਸ ਬਿਜ਼ਨਸਮੈਨ ਕਹਿ ਕੇ, ਤੇ ਇਲੈਕਸ਼ਨ ਦੇ ਵਿੱਚ ਹੀ ਕਦੇ ਮਿਲੇ ਔਰ ਕਦੇ ਇਹਨਾਂ ਨੂੰ ਨਸਿਓ ਕਰਨੀ ਇਹ ਗੱਲਾਂ ਦਿੱਤਾ ਸੀਗਾ ਬਿਆਨ ਕਿਹਦੇ ਵਿੱਚ ਇਹਨਾਂ ਕੋਆਪਰੇਟ ਕਰਦੇ ਤੇ ਇਲਜ਼ਾਮ ਲਾਇਆ ਕਰਨ ਦੀ ਜਵਾਬ ਲਓ। ਹਾਂ ਮਿਸਟਰ ਖੜਿਆਲ ਬੋਲੋ। ਇਹ ਕਹਿ ਰਹੇ ਸਿੱਟ ਨੂੰ ਮਜੀਠੀਆ ਸਾਹਿਬ ਨੇ ਦੱਸਿਆ ਸੀ, ਭਾਈ ਮਜੀਠੀਆ ਸਾਹਿਬ ਨੇ ਕੋਆਪਰੇਟ ਨਹੀਂ ਕੀਤਾ, ਤਾਂ ਹੀ ਕਰਕੇ ਤਾਂ ਬੇਲ ਖਾਰਜ ਹੋਈ ਹੈ। ਅਰੇ ਸਹੀ ਜਾਣਾ ਪੈ ਰਿਹਾ, ਕਿੱਥੇ ਦਾ ਕੋਆਪਰੇਟ ਕਰਨਾ ਚਾਹੀਦਾ ਸੀ। ਉਹ ਧਮਕੀਆਂ ਦੇਣ ਲੱਗੇ, ਉਹ ਥ੍ਰੈਟ ਕਰਨ ਲੱਗੇ ਉਹਨਾਂ ਨੂੰ। ਦੂਜੀ ਗੱਲ, ਇਹ ਗੱਲਾਂ ਕਰਦੇ ਸੀ ਰਿਕਵਰੀ ਕਿਹੜਾ ਮਜੀਠੀਆ ਸਾਹਿਬ ਤੋਂ ਹੋਣੀ ਹੈ। ਭਾਈ ਸਾਹਿਬ ਇਟ ਇਜ਼ ਅ ਮੈਟਰ ਆਫ ਇਨਕੁਆਇਰੀ, ਪਤਾ ਲੱਗੂ ਉਹਨਾਂ ਤੋਂ ਹੋਣੀ ਹੈ, ਉਹਨਾਂ ਦੇ ਜਾਣ ਪਛਾਣ ਦੇ ਤੋਂ ਹੋਣੀ ਹੈ। ਰਿਕਵਰੀ ਦਾ ਕੇਸ ਨਹੀਂ, ਕਸਟਡੀ ਨੂੰ ਜੁਆਇਨ ਕਰ ਲਓ। ਚਲੋ ਹੁਣ ਆਪਾਂ ਥੋੜਾ ਸਟਾਪ ਕਰ ਲਈਏ, ਬਾਕੀ 2 ਮਹਿਮਾਨ ਵੀ ਆਪਣੇ ਕੋਲ ਇੱਕ ਟੇਕ ਲੈਣਾ ਮੈਂ ਉਹਨਾਂ ਦਾ। ਲੈ ਲਈਏ ਇੱਕ ਟੇਕ ਲੈ ਲਈਏ ਉਹਨਾਂ ਦਾ, ਪਲੀਜ਼। ਚਲੋ ਹਾਂ ਜਗਮੋਹਨ ਜੀ, ਪਹਿਲਾ ਟੇਕ ਤੁਹਾਡਾ ਲੈਣਾ ਚਾਹੁੰਦਾ ਮੈਂ। ਜਗਮੋਹਨ ਜੀ ਇਸ ਪੂਰੇ ਮਾਮਲੇ ਨੂੰ ਸਿਰਫ ਇੱਕ ਪੋਲੀਟੀਕਲ ਇਸ਼ੂ ਬਣਾਇਆ ਜਾ ਰਿਹਾ, ਜਾਂ ਤੁਹਾਨੂੰ ਇਸ ਕੇਸ ਦੇ ਵਿੱਚ ਕੋਈ ਰੈਲੀਵੈਂਸ ਲੱਗਦੀ ਹੈ? ਜਗਮੋਹਨ ਜੀ, ਮੈਂ ਸਵਾਲ ਦੁਬਾਰਾ ਕਰ ਰਿਹਾ, ਇਸ ਲਈ ਕਰ ਰਿਹਾ ਕਿਉਂਕਿ ਮੈਂ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਸਾਰੀ ਸਥਿਤੀ ਸਾਹਮਣੇ ਆਵੇ ਵੀ ਅਸਲ ਵਿੱਚ ਮਾਮਲਾ ਹੈ ਕੀ ਹੈ, ਜਾਂ ਸਿਰ ਇਸ ਮਾਮਲੇ ਦੇ ਪੋਲਿਟਿਕਸ ਹੋ ਰਹੀ ਹੈ। ਤੁਸੀਂ ਇਸ ਪੋਲਿਟਿਕਸ ਤੋਂ ਬਾਹਰ ਰਹਿਣਾ ਚਾਹੁੰਦੇ ਮਿਸਟਰ ਮਜੀਠੀਆ ਵਾਲੀ ਚੋਂ?
ਇਹ ਦੇਖੋ ਦੋ ਗੱਲਾਂ ਨੇ ਸਰ। ਇੱਕ ਤਾਂ ਇਹ ਹੈ ਵੀ ਜਿਹੜਾ ਐਂਟੀਸਿਪੇਟਰੀ ਬੇਲ ਦਾ ਮੈਟਰ ਆ ਜਾਂ ਰੈਗੂਲਰ ਬੇਲ ਦਾ ਵੀ ਮੈਟਰ ਹੈ, ਬੜੀ ਪ੍ਰੀਲਿਮਿਨਰੀ ਸਟੇਜ ਵਾਲਾ ਮੈਟਰ ਹੁੰਦਾ। ਇਸ ਸਟੇਜ ਦੇ ਉੱਤੇ ਤੁਸੀਂ ਕਨਕਲੂਸਿਵਲੀ ਇਹ ਨਹੀਂ ਕਹਿ ਸਕਦੇ ਕਿ ਬੰਦਾ ਇਨਵੋਲਡ ਆ, ਲੇਕਿਨ ਜੇ ਐਪਰੀਹੈਂਸ਼ਨ ਪ੍ਰਾਈਮਾ ਫੇਸੀ ਹੋਵੇ ਤਾਂ ਕੇਸ FIR ਜ਼ਰੂਰ ਰਜਿਸਟਰ ਹੋ ਜਾਂਦੀ ਆ। ਦੂਸਰੀ ਗੱਲ ਮੈਂ ਇਸ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ NDPS ਦਾ ਕੋਈ ਵੀ ਬੰਦਾ ਜਿਹੜਾ ਅਫੈਂਸ ਕਰਦਾ ਉਸ ਦੇ ਅਗੇਂਸਟ ਕਾਰਵਾਈ ਨਹੀਂ ਹੋਣੀ ਚਾਹੀਦੀ, ਲੇਕਿਨ ਕਾਰਵਾਈ ਜਿਹੜੀ ਹੈਗੀ ਆ ਸਟਰੋਂਗ ਲੀਗਲ ਫੁਟਿੰਗਸ ਦੇ ਉੱਤੇ ਹੋਣੀ ਚਾਹੀਦੀ ਹੈ। ਕੇਵਲ ਡਿਸਕਲੋਜ਼ਰ ਸਟੇਟਮੈਂਟਸ ਦੇ ਉੱਤੇ ਅਗਰ ਜਿਹੜਾ ਹੈਗਾ ਪੁਲਿਸ ਦੇ ਕਸਟਡੀ ਵਿੱਚ ਦਿੱਤੀਆਂ ਹੋਈਆਂ ਕੋ ਅਕਿਊਜ਼ ਦੀਆਂ ਜਾਂ ਮੇਨ ਅਕਿਊਜ਼ ਦੀਆਂ ਡਿਸਕਲੋਜ਼ਰ ਸਟੇਟਮੈਂਟਸ ਨੇ, ਉਹਦੇ ਬੇਸਿਸ ਦੇ ਉੱਤੇ ਜਿਹੜਾ ਹੈਗਾ ਆਪਾਂ ਜਿਹੜਾ ਹੈ ਉਹ ਕੇਸ ਰਜਿਸਟਰ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਕਰ ਸਕਦੇ। ਈਵਨ ਡਿਊਰਿੰਗ ਦੀ ਟ੍ਰਾਇਲ ਵੀ ਜੇਕਰ ਕੋਈ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਆਉਂਦੀਆਂ ਨੇ ਤਾਂ ਸੈਕਸ਼ਨ 319 ਦੇ ਥੱਲੇ ਜਿਹੜਾ ਹੈਗਾ ਕੰਸਰਨਡ ਮੈਜਿਸਟ੍ਰੇਟ ਜਿਹੜਾ ਹੈਗਾ ਸਮਨ ਕਰ ਸਕਦਾ। ਪਰੰਤੂ ਜੇ ਆਪਾਂ ਇਸ ਕੇਸ ਦੀ ਪੂਰੀ ਜਿਹੜੇ ਪਹਿਲਾਂ ਹੋ ਚੁੱਕੇ ਆ ਕਨਕਲੂਡ, ਜਿਨ੍ਹਾਂ ਵਿੱਚ ਕਨਵਿਕਸ਼ਨ ਹੋ ਚੁੱਕੀ ਆ, ਉਹਨਾਂ ਨੂੰ ਦੇਖੀਏ ਤਾਂ 319 ਦੇ ਵਿੱਚ ਮਜੀਠੀਆ ਸਾਹਿਬ ਨੂੰ ਸਮਨਿੰਗ ਨਹੀਂ ਹੋਈ। ਇਸ ਕਰਕੇ ਕੇਸ ਅਜੇ ਬੜੀ ਪ੍ਰੀਲਿਮਿਨਰੀ ਸਟੇਜ ਦੇ ਉੱਤੇ ਆ। ਕਨਕਲੂਸਿਵਲੀ ਅਜੇ ਕਹਿਣਾ ਬੜਾ ਮੁਸ਼ਕਲ ਹੈਗਾ ਕਿ ਉਹਨਾਂ ਦੇ ਅਗੇਂਸਟ ਕੋਈ ਐਵੀਡੈਂਸ ਹੈ ਜਾਂ ਨਹੀਂ ਹੈ। ਦੂਸਰੀ ਗੱਲ, ਜਿਹੜੀ ਸੈਕਸ਼ਨ 27 ਆ 25 ਆ, ਉਹ ਤਾਂ ਸਿਰਫ ਇਹ ਗੱਲ ਕਹਿੰਦੀ ਆ ਕਿ ਤੁਸੀਂ ਆਪਣਾ ਕੋਈ ਜਿਹੜਾ ਪ੍ਰੈਮਿਸਿਸ ਹੈਗਾ ਉਹ ਯੂਜ਼ ਕਰਨ ਵਾਸਤੇ ਦਿੱਤਾ ਜਿਹੜੇ ਅਕਿਊਜ਼ਡ ਨੇ। ਸੁਸਾਈ ਇਹ ਸੈਕਸ਼ਨ ਜਿਹੜੀ ਹੈਗੀ ਆ ਉਹ ਇਹ ਗੱਲ ਕਹਿੰਦੀ ਆ ਕਿ ਤੁਸੀਂ ਫਾਈਨਾਂਸ ਕਰ ਰਹੇ ਹੋ ਇਸ ਤਰ੍ਹਾਂ ਦੀਆਂ ਕ੍ਰਿਮੀਨਲ ਐਕਟੀਵਿਟੀਜ਼ ਨੂੰ। ਤੇ ਸੈਕਸ਼ਨ ਜਿਹੜੀ 29 ਆ ਉਹ ਕਨਸਪੀਰੇਸੀ ਦੀ ਹੈਗੀ ਆ। ਇਹ ਤਿੰਨ ਸੈਕਸ਼ਨਸ ਦਾ ਜਿਹੜਾ ਐਵੀਡੈਂਸ ਆ ਇਹ ਤਾਂ ਅਜੇ ਅੱਗੇ ਜਾ ਕੇ ਜਦੋਂ ਇਨਵੈਸਟੀਗੇਸ਼ਨ ਹੋਏਗਾ, ਚਲਾਨ ਪੇਸ਼ ਹੋਏਗਾ, ਉਹਦੇ ਵਿੱਚ ਸ਼ਾਇਦ ਜਗਮੋਹਨ ਜੀ ਤੁਸੀਂ ਬੜੀ ਡਿਟੇਲ ਚ ਦੱਸਿਆ। ਜਗਮੋਹਨ ਜੀ ਤੁਸੀਂ ਵਕੀਲ ਵੀ ਹੋ, ਬੜੇ ਅੱਛੇ ਵਕਾਲਤ ਦੇ ਵਿੱਚ ਤੁਹਾਡਾ ਚੰਗਾ ਨਾਮ ਹੈਗਾ। ਜਗਮੋਹਨ ਜੀ ਮੈਨੂੰ ਇੱਕ ਚੀਜ਼ ਸਮਝਾਓ, ਤੁਸੀਂ ਇੱਕ ED ਦਾ ਜ਼ਿਕਰ ਕੀਤਾ ਸੀਗਾ, ED ਨੂੰ ਇਸ ਕੇਸ ਦੇ ਜ਼ਰੀਏ ਕੁਝ ਪਰਸੂ ਕਰਨਾ ਚਾਹੀਦਾ ਜਾਂ ਨਹੀਂ? ਜਗਮੋਹਨ ਸਿੰਘ ਜੀ ਕੀ ਸੋਚਦੇ? ਨਹੀਂ, ਪਰਸੂ ਤਾਂ ਅਗਰ ਉਹਨਾਂ ਨੂੰ ਕੋਈ ਪ੍ਰੀਲਿਮਿਨਰੀ ਸਟੇਜ ਦੇ ਉੱਤੇ ਐਵੀਡੈਂਸ ਉਹਨਾਂ ਦੇ ਕੋਲੇ ਐਗਜ਼ਿਸਟ ਕਰਦਾ ਤਾਂ ਉਹਨਾਂ ਨੂੰ ਐਡਵਾਂਸ ਕਰਨਾ ਚਾਹੀਦਾ। ਨਹੀਂ, ਉਸ ਦੇ ਵਿੱਚ ਕਿਸੇ ਨੂੰ ਕੋਈ ਆਪੱਤੀ ਨਹੀਂ ਹੈ। ਜਗਮੋਹਨ ਜੀ ਤੁਸੀਂ ਸਾਰੇ ਕੇਸ ਨੂੰ ਸਟੱਡੀ ਕੀਤਾ ਹੋਇਆ ਸਰ, ਮੈਂ ਤਾਂ ਪੁੱਛ ਰਿਹਾ। ਤੁਸੀਂ ਡਿਮਾਂਡ ਕਰਦੇ ਹੋ ਕਿ ED ਇਸ ਕੇਸ ਨੂੰ ਹੱਥ ਪਾਵੇ ਜਾਂ ਪਰਸੂ ਕਰੇ? ਤੁਸੀਂ ਡਿਮਾਂਡ ਕਰਦੇ ਹੋ? ED ਦਾ ਜਿਹੜਾ ED ਦਾ ਜਿਹੜਾ ਮੈਟਰ ਹੈਗਾ, ED ਪਿਕਚਰ ਦੇ ਵਿੱਚ ਉਦੋਂ ਆਉਂਦੀ ਆ ਜਦੋਂ ਕਿਸੇ ਕ੍ਰਿਮੀਨਲ ਪ੍ਰੋਸੀਡ ਦਾ ਜਿਹੜਾ ਪੈਸਾ ਹੈਗਾ ਉਹ ਫਰਦਰ ਰੀਇਨਵੈਸਟਮੈਂਟ ਦੇ ਵਿੱਚ ਕਿਤੇ ਸਾਹਮਣੇ ਆਉਂਦਾ, ਤਾਂ ED ਜਿਹੜੀ ਹੈਗੀ ਆ ਜਦੋਂ ਬੜਾ ਹਾਈ ਅਮਾਉਂਟ ਉਹਦੇ ਵਿੱਚ ਇਨਵੋਲਵ ਹੁੰਦਾ, ED ਪਿਕਚਰ ਦੇ ਵਿੱਚ ਆਉਂਦੀ ਹੈ। ਅਜੇ ਕ੍ਰਾਈਮ ਤਾਂ ਐਸਟੈਬਲਿਸ਼ ਹੋਵੇ ਕਿ ਇਸਨੇ ਫਲਾਨਾ ਕ੍ਰਾਈਮ ਕੀਤਾ, ਉਹਦੇ ਵਿੱਚੋਂ ਜਿਹੜਾ ਪ੍ਰੋਸੀਡ ਸੀਗਾ ਉਸ ਨੂੰ ਅੱਗੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੈਗਾ ਯੂਜ਼ ਕੀਤਾ ਗਿਆ। ਤੁਹਾਨੂੰ ਲੱਗਦਾ ਹੈ ਕਿ ED ਨੂੰ ਹਜੇ ਇਸ ਕੇਸ ਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ, ਇਹ ਲੱਗਦਾ ਤੁਹਾਨੂੰ? ਨਹੀਂ, ਮੈਂ ਤਾਂ ਕਹਿਣਾ ਸਗੋਂ ਇਹ ਉਲਟ ਗੱਲ ਆ। ਅੱਛਾ, ਪਹਿਲਾਂ ਕ੍ਰਾਈਮ ਜਿਹੜਾ ਹੈਗਾ ਉਹ ਐਸਟੈਬਲਿਸ਼ ਹੋਵੇ, ED ਪਿਕਚਰ 'ਚ ਬਾਅਦ 'ਚ ਆਏਗੀ। ਚਲੋ, ਇਸ ਕੇਸ ਦੇ ਵਿੱਚ ED ਪਹਿਲਾਂ ਪਿਕਚਰ ਦੇ ਵਿੱਚ ਆ ਤੇ ਕ੍ਰਾਈਮ ਬਾਅਦ 'ਚ ਐਸਟੈਬਲਿਸ਼ ਹੋ ਰਿਹਾ। ਅੱਛਾ, ਠੀਕ ਹੈ। ਹਾਂ ਅਹਿਬਾਬ ਜੀ ਬੋਲੋ, ਲਾਸਟ ਕਮੈਂਟ ਤੁਹਾਡਾ ਸਰ। ਮੈਨੂੰ ਐਂ ਲੱਗਦਾ ਪਿਆ ਕਿ ਜਿਹੜੇ ਜਰਨਲਿਸਟ ਹੈ, ਐਂਕਰ ਹੈ, ਇਹ ਵੀ ਸਾਰੇ ਕਨਫਿਊਜ਼ ਹੋਏ ਪਿਆ ਤੇ ਪੰਜਾਬ ਨੂੰ ਵੀ ਕਨਫਿਊਜ਼ ਕੀਤਾ ਜਾ ਰਿਹਾ। ਇਹੀ ਲੱਗਦਾ ਪਿਆ ਤੁਹਾਨੂੰ ਵੀ? ਲੱਗਦਾ ਪਿਆ ਮੈਂ ਕਨਫਿਊਜ਼ ਲੱਗਦਾ ਪਿਆ ਅਹਿਬਾਬ ਜੀ? KP ਜੀ, ਕ੍ਰਾਈਮ ਪੰਜਾਬ ਨਾਲ ਹੋਇਆ, ਕਨਫਿਊਜ਼ਡ ਆਪਾਂ ਸਾਰੇ, ਕਿਉਂਕਿ ਆਪਾਂ ਨੂੰ ਪਤਾ ਕਿ ਪੰਜਾਬ ਦੀ ਗਲੀ ਗਲੀ 'ਚ ਨਸ਼ਾ ਪਹੁੰਚਿਆ। ਐਂਡ ਸਟਰੋਂਗ ਲੀਗਲ ਫੁਟਿੰਗ ਕਿਹਨੇ ਬਣਾਉਣੀ ਹੁੰਦੀ ਹੈ ਜੀ? ਸਰਕਾਰ ਨੇ ਬਣਾਉਣੀ ਹੁੰਦੀ ਹੈ। ਜਾਂ ਨਾ ਤਾਂ ਬੇਅਦਬੀ ਵਾਲੇ ਕੇਸਾਂ 'ਚ ਅਕਾਲੀਆਂ ਨੇ ਬਣਾਈ, ਮੁੜ ਕੇ ਕਾਂਗਰਸ ਨੇ ਨਹੀਂ ਸਟਰੋਂਗ ਲੀਗਲ ਫੁਟਿੰਗ ਬਣਾਈ, ਨਾ ਮਹਾਰਾਜ ਸਾਹਿਬ ਨੇ ਬਣਾਈ ਤੇ ਨਾ ਚੰਨੀ ਸਰਕਾਰ ਨੇ ਬਣਾਈ। ਸਟਰੋਂਗ ਲੀਗਲ ਫੁਟਿੰਗ ਤਾਂ ਬਣੂਗੀ ਨਾ ਜੇ ਇਹ ਬਣਾਉਣਗੇ। ਜੇ ਕੈਪਟਨ ਸਾਹਿਬ ਹੋਣੀ ਤਾਂ ਕਲੀਨ ਚਿੱਟ ਦੇ ਹੀ ਰਹੇ ਆ, ਉਹਨਾਂ ਦੇ ਤਾਂ ਭਾਣਜੇ ਭਤੀਜੇ ਨਿਕਲ ਹੀ ਆਏ ਸੀਗੇ। ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ ਇੱਕ ਦੂਜੇ ਤੇ, ਤੂੰ ਆਹ ਕੀਤਾ, ਤੇਰੀ ਫੋਟੋ ਇਹਦੇ ਨਾਲ, ਤੇਰੇ ਭਾਣਜੇ ਦੇ 9 ਕਰੋੜ, ਤੇਰੇ ਭਾਣਜੇ ਦੀ ਗੋਲਕ 'ਚ 9 ਕਰੋੜ ਆ ਗਿਆ, ਤੂੰ ਫਲਾਣੇ ਨਸ਼ੇੜੀ ਤੋਂ ਫੁੱਲ ਲੈਂਦਾ ਸੀ। ਇਹ ਗੱਲਾਂ ਨੇ, ਇਹ ਆਪਾਂ ਨੂੰ ਭਰਮਾਉਣ ਲਈ ਤੇ ਕਨਫਿਊਜ਼ ਕਰਨ ਲਈ ਹੀ ਜਾਣ ਕੇ ਕੀਤੀਆਂ ਜਾ ਰਹੀਆਂ ਨੇ। ਕਨਫਿਊਜ਼ ਤਾਂ ਤੁਸੀਂ ਵੀ ਕਰ ਗਏ ਸੀ ਬਾਬ ਜੀ, ਕਨਫਿਊਜ਼ ਤਾਂ ਤੁਸੀਂ ਵੀ ਕਰ ਗਏ ਸੀਗੇ। ਮਿਸਟਰ ਚੰਨੀ ਦੇ ਭਾਂਜੇ ਤੇ ਇੰਟਰੋਗੇਸ਼ਨ ਹੋਈ, ਤੁਸੀਂ ਕਹਿਤਾ ਜੀ ਇਹ ਮਿਸਟਰ ਚੰਨੀ ਨੂੰ ਜਾਂਦਾ ਸਾਰਾ ਪੈਸਾ। ਜਦੋਂ ਉੱਥੇ ਸਤਿੰਦਰ ਜੈਨ ਦਾ ਮੁੱਦਾ ਉੱਠਿਆ ਤੁਸੀਂ ਫਟਾਫਟ ਪ੍ਰੈਸ ਕਾਨਫਰੰਸ ਕਰਤੀ। ਕਨਫਿਊਜ਼ ਤੁਸੀਂ ਹੋ ਜਾਂ ਕਰ ਰਹੇ ਹੋ ਸਰ? ਸਵਾਲ ਤਾਂ ਇਹ ਹੈ ਸਰ। ਦੱਸਦਾ ਸਤਿੰਦਰ ਜੈਨ ਤੇ ਇੱਕ ਵਾਰੀ ਰੇਡ ਨਹੀਂ ਹੋਈ, 2 ਵਾਰੀ ਕਿ 3 ਵਾਰੀ ਹੋਲੀ। ਕੇਜਰੀਵਾਲ ਤੇ ਰੇਡ ਹੋਲੀ, ਮਨੀਸ਼ ਸਿਸੋਦੀਆ ਤੇ ਰੇਡ ਹੋਲੀ। ਸਾਡੇ ਤਾਂ ਜਵਾਕਾਂ ਦੀਆਂ ਗੋਲਕਾਂ ਚੋਂ 9 ਕਰੋੜ ਨਹੀਂ ਲੱਭਿਆ ਜੀ। ਅਸੀਂ ਕਹਿੰਦੇ ਜ਼ਰੂਰ ਆ, ਅਸੀਂ ਕਹਿੰਦੇ ਜੀ ਸੱਦ ਕੇ ਕਰ ਲਓ, ਪਰ ਵੈਂਡੇਟਾ ਕਰਦੇ ਆ ਸਾਨੂੰ। ਸਾਡੇ ਕੋਲ ਲੱਭਿਆ ਕੀ ਇਹਨਾਂ ਨੂੰ ਜੀ? ਮੈਨੂੰ ਇਹ ਦੱਸੋ, ਸਾਡੇ ਕੋਲ ਥਿਆਇਆ ਕੀ ਇਹਨਾਂ ਨੂੰ? ਗੱਲਾਂ ਵੱਡੀਆਂ ਮਾਰਦੇ ਨੇ ਇਹ। ਹੁਣ ਗੱਲ ਸਿਰਫ ਇੰਨੀ ਕਹਿ ਸਰ, ਅਸੀਂ ਜਿਹੜੀ ਲੈਂਸ ਦੇ ਥੱਲੇ ਦਿੱਲੀ ਬੈਠੇ ਆ ਨਾ KP ਜੀ, ਉਹ ਜੀ ਲੈਂਸ ਦੇ ਥੱਲੇ ਇਹਨਾਂ ਚੋਂ ਕੋਈ ਨਹੀਂ ਬਹਿ ਸਕਦਾ। ਉਹਦੇ ਬਾਵਜੂਦ ਸਾਡੇ ਤੇ ਕਿਸੇ ਇੱਕ ਬੰਦੇ ਤੇ ਉਂਗਲ ਨਹੀਂ ਚੱਕ ਪਾਏ ਇਹ। ਉਹਨੇ ਭਾਵੇਂ ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ, ਆਹ ਗੱਲ ਹੈ ਕਿ ਬੇਵਕੂਫ ਬਣਾਇਆ ਜਾ ਰਿਹਾ। ਚਲੋ ਅਸ਼ਪੀ ਖੜਿਆ, ਲਾਸਟ ਕਮੈਂਟ ਫਟਾਫਟ ਪਲੀਜ਼। ਹਾਂਜੀ, ਇਹ ਗੱਲਾਂ ਕਰਦੇ ਆ ਵੀ ਸਾਡੇ ਤੋਂ ਫੜਿਆ ਕੁਝ ਨਹੀਂ ਗਿਆ। ਜਿਹੜੇ ਵਿਅਕਤੀ ਨੂੰ ਇਲੀਗਲ ਚੀਜ਼ਾਂ ਲੀਗਲ ਤਰੀਕੇ ਨਾਲ ਕਰਨੀਆਂ ਆਉਣ ਨਾ, ਉਹ ਬੰਦਾ ਫੜਨਾ। ਕਹਿਣਗੇ 400% ਤਨਖਾਹ ਵਧਾ ਲਈ। ਉਹ ਭਾਈ ਸਾਹਿਬ ਦੂਜੀ ਵਾਰੀ CM ਬਣਾਏ ਲੋਕਾਂ ਨੇ।
केजरीवाल साहब ਨਾ ਤੁਸੀਂ ਕਰਦੇ ਹੋ, ਮੈਂ ਵੀ ਕਰੂੰਗਾ। एक मिनट सुन लिए सुन लिए हाँ मिस्टर बोलो, खड़ेल बोलो। फटाफट गल पूरी करो अपनी ਇਹਨਾਂ प्लीज। ਦੇ ਆਪਦੇ ਮਿਨਿਸਟਰ ਕਪਿਲ ਮਿਸ਼ਰਾ ਨੇ ਇਹ ਚੀਜ਼ ਕੇਜਰੀਵਾਲ ਸਾਹਿਬ ਦੇ ਖਿਲਾਫ ਕਹੀ ਹੈ ਵੀ ਕਰਪਸ਼ਨ ਕਰਦੇ ਆ। ਇਹਨਾਂ ਦੇ ਸੌਰਵ ਜੈਨ ਨੇ ਕਿਹਾ ਵੀ ਟਿਕਟਾਂ ਪੈਸੇ ਕਰਵਾ ਲੈ ਦਿਓ। ਕੇ 25 ਤੋਂ 30 ਕਰੋੜ ਕਹਿੰਦੇ ਇੱਕ ਟਿਕਟ ਦਾ ਭਾਅ ਹੈ, ਮੈਨੂੰ ਡਿਸਕਾਊਂਟ ਤੇ ਦਿੰਦੇ ਸੀ 3 ਕਰੋੜ ਵੀ। ਕਿਸਾਨਾਂ ਨੇ ਵੀ ਇਹ ਚੀਜ਼ ਕਹੀ ਅੱਛਾ, ਅਰਸ਼ਦੀਪ ਨੂੰ ਦਿੰਦੇ ਸੀਗੇ, ਕੀ ਬਾਤ ਹੈ। ਐਸਐਸਐਮ ਨੇ ਵੀ ਇਹ ਕਿਹਾ ਵੀ ਟਿਕਟਸ ਵੇਚ ਰਹੇ ਆ, ਕ੍ਰਿਮੀਨਲ चलो बैकग्राउंड चलो आप और पास चले और एसपी खड़ेल मैं सवाल कर रहा था मैं 2 सवाल कर रहा मैं 2 सवाल कर रहा खड़ेल साहब तो जवाब दे दो जाते जाते। ईडब्ल्यूडी स्कैम ਦੇ ਵਿੱਚ ਵਿनय ਬਾਂਸਲ ਕੇਜਰੀਵਾਲ ਸਾਹਿਬ ਦੇ ਨੈਫਿਊ ਅਰੈਸਟ ਹੋਏ ਸੀ। ਜਵਾਬ ਹੈ ਨਹੀਂ, ਜਵਾਬ ਹੈ ਨਹੀਂ। मिस्टर खड़ेल दो सवाल कर रहे हैं मिस्टर खड़ेल 2 सवाल कर रहे हैं ना जवाब दे दो जाते जाते। मिस्टर खड़ेल ਇਸ ਕੇਸ ਦੇ ਵਿੱਚ ਈਡੀ ਹੱਥ ਪਾ ਸਕਦੀ ਹੈ, ਇਸ ਐਫਆਈਆਰ ਨੂੰ ਚੱਕ ਸਕਦੀ ਈਡੀ ਜਾਂ ਨਹੀਂ? ਖੜੇਲ ਸਾਹਿਬ ਇਹ ਤਾਂ ਲੀਗਲ ਆਪਣਾ ਇੰਟਰਪ੍ਰੀਟੇਸ਼ਨ ਦੀ ਗੱਲ ਹੈ ਵੀ ਉਹ ਇਟਸ ਅ ਮੈਟਰ ਆਫ ਕੋਰਟ ਅਗੇਨ ਜੁਰਿਸਡਿਕਸ਼ਨ ਦੀ ਗੱਲ ਹੈ। ਲੇਕਿਨ ਫੈਕਟ ਆਫ ਦ ਮੈਟਰ ਦੇਖੋ ਇਹ ਹੈ ਕਿ ਜਿਹੜੇ ਕੇਜਰੀਵਾਲ ਸਾਹਿਬ ਨੇ ਹੁਣ ਗਰੇਵਾਲ ਸਾਹਿਬ ਵੱਡੇ ਵੱਡੇ ਜਵਾਬ ਨਹੀਂ ਦੇਣਾ, ਇੱਕ ਮਿੰਟ ਜਵਾਬ ਨਹੀਂ ਦੇਣਾ। ਫੋਟੋ ਦਿਖਾਤੀ, ਉਹ ਫੋਟੋ ਦਿਖਾਤੀ ਤੁਹਾਡੇ ਕੇਜਰੀਵਾਲ ਸਾਹਿਬ ਨੇ ਕਿਹੜੀ ਫੋਟੋ ਦੇਖ ਕੇ ਇਲਜ਼ਾਮ ਲਾਇਆ ਸੀ ਭਾਈ? चलो मैं एक सवाल और कर रहा लास्ट एक सवाल और कर रहे हैं लास्ट एक सवाल और कर रहे हैं खड़ेल साहब लास्ट एक सवाल और कर रहे हैं खड़ेल साहब अकाली दल कह रहे हैं खड़ेल साहब अकाली दल कह रहे हैं मिस्टर बैंस ਨੂੰ ਸਿੱਧੂ ਮੂਸੇਵਾਲੇ ਨੂੰ ਹੱਥ ਕਿਉਂ ਨਹੀਂ ਪਾਇਆ ਗਿਆ? ਕਿਉਂ ਪਾਇਆ ਜਾਊਗਾ? ਉਹਨਾਂ ਨੂੰ ਦੱਸੋ ਉਹਨਾਂ ਨੇ ਕੀਤਾ ਕੀ ਹੈ, ਕੀ ਕਸੂਰ ਆ ਕੁਛ ਉਹਨਾਂ ਨਹੀਂ ਦਾ? ਕੀਤਾ, ਰੇਪ ਕੀਤਾ ਕਰੋ ਸਿਰਫ, ਹੋਰ ਤਾਂ ਕੁਛ ਨਹੀਂ ਕੀਤਾ। ਕੋਰਟ ਕਹਿੰਦਾ ਰੇਪ ਕੀਤਾ, ਪੀਓ ਬਣਾਇਆ ਕਿ ਤੁਸੀਂ ਗੱਲਾਂ ਕਰਦੇ ਹੋ, ਤੁਸੀਂ ਭੁੱਲ ਗਏ ਹੋ ਦਿੱਲੀ ਦੇ ਤੁਹਾਡੇ ਐਮਐਲਏਸ ਦੇ ਖਿਲਾਫ ਰੇਪ ਚੱਲ ਓਏ ਰਿਹਾ ਇਹਦਾ ਹੈ। ਜਵਾਬ ਤਾਂ ਦੇ ਦਿਓ, ਇਹਦਾ ਜਵਾਬ ਤਾਂ ਲੈ ਲਓ। ਇਹਦਾ ਨਹੀਂ ਦੇਣਾ। ਚਲੋ ਬਹੁਤ ਧੰਨਵਾਦ ਮੈਨੂੰ ਚਰਚਾ ਸਮਾਪਤ ਕਰਨੀ ਪੈ ਰਹੀ ਹੁਣ ਆਪਣੇ ਕੋਲ ਵਕਤ ਜ਼ਿਆਦਾ ਹੀ ਪਹਿਲਾਂ ਲੈ ਗਿਆ ਮੈਂ। ਬਹੁਤ ਧੰਨਵਾਦ ਮਿਸਟਰ ਖੜਿਆਲ ਤੁਹਾਡਾ, ਮਿਸਟਰ ਅਹਿਬਾਬ ਤੁਹਾਡਾ ਬਹੁਤ ਧੰਨਵਾਦ, ਐਡਵੋਕੇਟ ਜਗਮੋਹਨ ਸਿੰਘ ਤੁਹਾਡਾ ਬਹੁਤ ਧੰਨਵਾਦ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੁਹਾਡਾ ਬਹੁਤ ਧੰਨਵਾਦ। ਸਾਰੇ ਵਕੀਲ ਬੈਠੇ ਸੀਗੇ, 3 ਵਕੀਲ ਸੀ ਇਸ ਵਿੱਚ ਜਿਹੜੇ ਵਕਾਲਤ ਕਰਦੇ ਪਏ ਤੇ ਇੱਕ ਵੈਸੇ ਤਾਂ ਆਪਦੀ ਪਾਰਟੀ ਦੇ ਸਾਰੇ ਵਕੀਲ ਹੈ ਪਰ ਪੰਜਾਬ ਦਾ ਵਕੀਲ ਕੌਣ ਬਣੂਗਾ? ਮੇਰਾ ਸਵਾਲ ਪੰਜਾਬ ਦਾ ਹੈ। ਚੋਣ ਮੁੱਦਾ ਬਣਾ ਕੇ ਤੁਹਾਨੂੰ ਉਲਝਾਇਆ ਤਾਂ ਨਹੀਂ ਜਾ ਰਿਹਾ ਜੇ ਇਸ ਕੇਸ ਦੇ ਵਿੱਚ ਇੰਨਾ ਦਮ ਹੈਗਾ ਕਿ ਪੰਜਾਬ ਦਾ ਡਰੱਗਸ ਦਾ ਮਸਲਾ ਇਸ ਕੇਸ ਦੇ ਜ਼ਰੀਏ ਹੱਲ ਹੋ ਸਕਦਾ ਜਾਂ ਉਹਦੇ ਨਾਲ ਸ਼ੁਰੂਆਤ ਹੋ ਸਕਦੀ ਹੈ ਤਾਂ ਅਸੀਂ ਇਸ ਦਾ ਇੰਤਜ਼ਾਰ ਕਰ ਰਹੇ ਹਾਂ। ਮਾਮਲਾ ਸਬ ਜੁਡੀਸ਼ੀਅਲ ਹੈ ਪਰ ਜਿਸ ਤਰੀਕੇ ਨਾਲ ਇਸ ਮੁੱਦੇ ਤੇ ਪੋਲਿਟਿਕਸ ਹੋ ਰਹੀ ਹੈ ਉਹਦੇ ਨਾਲ ਪੰਜਾਬ ਦੇ ਸਿਆਸੀ ਦੰਗਲ ਦੇ ਵਿੱਚ ਇਲਜ਼ਾਮ ਤਰਾਸ਼ੀਆਂ ਬਹੁਤ ਜ਼ਿਆਦਾ ਲੱਗਦੀਆਂ ਪਈਆਂ। ਇਹਨਾਂ ਇਲਜ਼ਾਮ ਤਰਾਸ਼ੀਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਜੀ ਸਬੂਤ ਸਾਹਮਣੇ ਰੱਖ ਦਿੱਤੇ ਤਾਂ ਮੈਂ ਸਿਆਸਤ ਛੱਡ ਦੂੰਗਾ। ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਤੇ ਸਾਡੀ ਨਜ਼ਰ ਰਹੂਗੀ, ਜੋ ਕਾਂਗਰਸ ਦੇ ਲੀਡਰ ਬਿਆਨ ਦੇ ਰਹੇ ਉਹਨਾਂ ਤੇ ਸਾਡੀ ਨਜ਼ਰ ਰਹੂਗੀ। ਅਖੀਰ ਵਿੱਚ ਕੀ ਹੋਊਗਾ? ਅਸੀਂ ਸਵਾਲ ਕੀਤਾ ਸੀ ਅੰਜਾਮ ਕੀ? ਅੰਜਾਮ ਅੱਜ ਨਹੀਂ ਹੈ, ਅੰਜਾਮ ਬਹੁਤ ਦੇਰ ਬਾਅਦ ਨਿਕਲੇਗਾ। ਫਿਰ ਅਸੀਂ ਉਸ ਤੇ ਚਰਚਾ ਕਰਾਂਗੇ। ਬਹੁਤ ਧੰਨਵਾਦ।